ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਸਾਡੇ ਨਾਲ ਹਾਜ਼ਰ ਨੇ ਇਸ ਵਕਤ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਸਾਹਿਬ। ਵੈਲਕਮ, ਸਵਾਗਤ ਜੀ ਆਇਆਂ ਨੂੰ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਚਾਵਲਾ ਸਾਹਿਬ, ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਜੀ ਸਰੋਤਿਆਂ ਨੂੰ, ਦਰਸ਼ਕਾਂ ਨੂੰ ਇਤਿਹਾਸ ਯਾਦ ਕਰਵਾ ਦਈਏ। ਹਾਂਜੀ ਹਾਂਜੀ ਇਤਿਹਾਸ ਯਾਦ ਕਰਵਾ ਦਈਏ। ਮੈਨੂੰ ਮਾਣ ਹੈ ਕਿ ਜਦੋਂ ਅਸੀਂ ਇੱਥੇ ਸਿੱਖ ਇਤਿਹਾਸ ਦੇ ਪੰਨੇ ਸ਼ੁਰੂ ਕੀਤਾ ਸਨ 2000 ਦੇ ਵਿੱਚ ਤਾਂ ਬੜਾ ਚਰਚਾ ਸੀ। ਆਉਣ ਵਾਲੇ ਦਿਨਾਂ 'ਚ ਕਰਨਾ ਆਪਾਂ ਜ਼ਰੂਰ। ਹੁਣ ਤਾਂ 24 ਘੰਟੇ ਆਪਣੇ ਕੋਲ ਟੈਲੀਵਿਜ਼ਨ ਹੈਗਾ। ਇੱਕ ਵਾਰੀ ਫਿਰ ਤੋਂ ਤਿਆਰੀ ਦੇ ਵਿੱਚ ਕਰਾਂਗੇ। ਬੜਾ ਇਤਿਹਾਸਕ ਪਲ ਹੁੰਦਾ ਜਦੋਂ ਲੋਕ ਜੁੜਦੇ ਨੇ ਅਤੇ ਸਵਾਲਾਂ ਦੇ ਜਵਾਬ ਦਿੰਦੇ ਨੇ। ਇਕੱਲੇ ਰੇਡੀਓ 'ਤੇ ਸੁਣਦੇ ਰਹੇ, ਹੁਣ ਟੈਲੀਵਿਜ਼ਨ 'ਤੇ ਵੀ ਕਰਾਂਗੇ ਆਪਾਂ। ਔਰ ਉਹਦੇ ਵਿੱਚ ਕਦੀ ਦੋਰਾਵਾ ਨਹੀਂ ਕਿ ਅਸੀਂ ਉਹਦੀ ਸੁਣ ਕੇ ਦੇਖ ਕੇ, ਭਾਵੇਂ ਕਿ ਅਮਿਤਾਭ ਬੱਚਨ ਚਰਚਾ ਦੇ ਵਿੱਚ ਸਵਾਲ ਪੁੱਛਦਾ ਹੁੰਦਾ ਸੀਗਾ, ਫਲਾਣੇ ਐਕਟਰ ਦੇ ਪਿਓ ਦਾ ਕੀ ਨਾਂ ਆ, ਫਲਾਣੇ ਐਕਟਰ ਦੀ ਮਾਂ ਦਾ ਕੀ ਨਾਂ, ਫਲਾਣੀ ਫਿਲਮ ਕਦੋਂ ਬਣੀ। ਸ਼ੁਰੂਆਤ ਦੇ ਵਿੱਚ ਇਵੇਂ ਸਵਾਲ ਹੁੰਦੇ ਸੀ ਉਹਨਾਂ ਦੇ। ਹੌਲੀ ਹੌਲੀ ਉਹਨਾਂ ਨੇ ਵੀ ਖੋਜ ਕੀਤੀ ਅਤੇ ਬੜੇ ਵਧੀਆ ਪ੍ਰੋਗਰਾਮ ਉਹਨਾਂ ਨੇ ਪੇਸ਼ ਕੀਤੇ। ਸਵਾਲ ਉੱਥੋਂ ਜਦੋਂ ਸਨ 2000 ਦੇ ਵਿੱਚ ਮੈਨੂੰ ਇੱਕ ਲੱਗਣ ਜਿਹੀ ਲੱਗੀ ਕਿ ਸਾਡੀ ਤਾਂ ਹਿਸਟਰੀ ਬੜੀ ਵੱਡੀ ਹੈ। ਸਾਨੂੰ ਤਾਂ ਇਹ ਵੀ ਪਤਾ ਕਿ ਗੁਰੂ ਨਾਨਕ ਮਹਾਰਾਜ ਕਦੋਂ ਆਏ, ਉਹਨਾਂ ਨੇ ਕਦੋਂ ਉਦਾਸੀਆਂ ਕੀਤੀਆਂ, ਉਹ ਕਿਹੜੀ ਥਾਂ 'ਤੇ ਗਏ, ਕਿੰਨੀਆਂ ਲੜਾਈਆਂ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਨੇ ਲੜੀਆਂ, ਕਿੰਨੀਆਂ ਗੁਰੂ ਤੇਗ ਬਹਾਦਰ ਸਾਹਿਬ ਨੇ ਲੜੀਆਂ, ਕਿੰਨੀਆਂ ਗੁਰੂ ਹਰਗੋਬਿੰਦ ਸਾਹਿਬ ਨੇ ਲੜੀਆਂ, ਗੁਰੂ ਅਰਜਨ ਮਹਾਰਾਜ ਦੀ ਸ਼ਹਾਦਤ। ਇਹ ਬੜਾ ਵੱਡਾ, ਛੋਟਾ ਘੱਲੂਘਾਰਾ, ਵੱਡਾ ਘੱਲੂਘਾਰਾ, ਹੋਰ ਸਾਡੇ ਇਤਿਹਾਸ ਦੇ ਪੰਨਿਆਂ ਦੇ ਵਿੱਚ ਬੜਾ ਕੁਝ ਦਰਜ ਹੈ। ਕਿਉਂ ਨਾ ਐਵੇਂ ਸ਼ੁਰੂ ਕੀਤਾ ਜਾਵੇ। ਫਿਰ ਕੀਤਾ। ਹਾਂਜੀ, ਪਿਆਰ ਵੀ ਮਿਲਿਆ, ਸਤਿਕਾਰ ਵੀ ਮਿਲਿਆ, ਪਸੰਦ ਵੀ ਕੀਤਾ। ਔਰ ਸਵਾਲ ਵੀ ਸਰ ਕਰਨ ਵਾਲੇ ਸਨ ਜਿਨ੍ਹਾਂ ਨੇ $10,000 ਵੀ ਲਏ। ਇਨਾਮ ਰੱਖਣ ਵਾਲਿਆਂ ਨੇ ਵੀ ਬੜੇ ਦਿਲ ਖੁੱਲ੍ਹ ਕੇ ਇਨਾਮ ਰੱਖੇ। ਸੋ ਇੱਕ ਸਮਾਂ ਸੀ, ਉਹ ਵੀ 3-4 ਵਾਰੀ ਪਹਿਲਾਂ ਕਰ ਚੁੱਕੇ ਹਾਂ। ਅੰਜੂ ਜੀ ਵੀ ਸਾਥ ਦਿੰਦੇ ਰਹੇ ਮੇਰਾ। ਉਹਦੇ ਵਿੱਚ ਇੱਕ ਸਾਥੀ ਜ਼ਰੂਰ ਚਾਹੀਦਾ ਹੁੰਦਾ ਨਾਲ, ਟਾਈਮ ਨੋਟ ਕਰਨ ਵਾਸਤੇ, ਨਾਮ ਲਿਖਣ ਵਾਸਤੇ। ਵੀ ਪਹਿਲਾ ਸਵਾਲ ਤੁਸੀਂ ਸਹੀ ਕਰ ਲਿਆ, ਦੂਜਾ ਕਰ ਲਿਆ, ਤੀਜਾ ਕਰ ਲਿਆ, ਤੁਸੀਂ ਕਿੰਨੀ ਰਕਮ ਜਿੱਤ ਚੁੱਕੇ ਹੋ। ਕਿਉਂਕਿ ਛੋਟਾ ਜਿਹਾ ਅਦਾਰਾ ਸਾਡਾ, ਅਤੇ ਪਰੰਤੂ ਸੋਚਾਂ ਸਾਡੀਆਂ ਬੜੀਆਂ ਵੱਡੀਆਂ ਰਹੀਆਂ ਅਤੇ ਵੱਡੀਆਂ ਰਹਿਣੀਆਂ ਵੀ ਚਾਹੀਦੀਆਂ ਨੇ। ਇਤਿਹਾਸ ਦੇ ਵਿੱਚ ਗਵਾਹ ਹੈ, ਦਰਜ ਹੈ ਕਿ ਸਾਡੇ ਬਾਬੇ ਆਏ ਸਨ ਕੈਨੇਡਾ। ਕਾਮਾਗਾਟਾ ਮਾਰੂ ਜਹਾਜ਼ ਦਾ ਨਾਮ ਜਿਹੜਾ ਸੀ, ਮੈਂ ਪੁੱਛਿਆ ਕਰਦਾ ਸਾਂ, ਹੁਣ ਵੀ ਕਿਸੇ ਨੂੰ ਪਤਾ ਹੋਵੇ ਦੱਸਿਓ। ਕਾਮਾਗਾਟਾ ਮਾਰੂ ਜਹਾਜ਼ ਦਾ ਇੱਕ ਨਾਮ ਹੋਰ ਸੀਗਾ। ਇਹ ਵੀ ਇਤਿਹਾਸ ਦੇ ਪੰਨਿਆਂ ਦੇ ਵਿੱਚ। ਕਾਮਾਗਾਟਾ ਮਾਰੂ ਜਹਾਜ਼ ਤਾਂ ਹੈ ਹੀ ਹੈ, ਪਰ ਉਹਦੇ ਵਿੱਚ ਕਿੰਨੇ ਸਿੱਖ ਸਨ, ਕਿੰਨੇ ਸ਼ਹੀਦ ਹੋਏ, ਬਜ ਘਾਟ ਦੇ ਵਿੱਚ ਕਿੰਨਿਆਂ ਨੂੰ ਸ਼ਹੀਦ ਕੀਤਾ ਗਿਆ, ਉਹਦਾ ਮੁਖੀ ਕੌਣ ਸੀ, ਕਿੱਥੋਂ ਚੱਲਿਆ, ਇਹ ਵੀ ਇੱਕ ਘਟਨਾ ਬੜੀ ਵੱਡੀ ਹੈ। ਉਹਦਾ ਇੱਕ ਨਾਮ ਸੀਗਾ। ਕਿੰਨੇ ਦਿਨ ਉਹ ਰਿਹਾ, ਕਿਵੇਂ ਉਹਨਾਂ ਨੂੰ ਮੁਸ਼ਕਿਲਾਵਾਂ ਆਈਆਂ, ਕਿਵੇਂ ਵਾਪਸ ਮੁੜਨਾ ਪਿਆ, ਇਹ ਵੀ ਇੱਕ ਹਿਸਟਰੀ ਹੈ। ਅੱਜ ਕੈਨੇਡਾ ਅਸੀਂ ਆਉਂਦੇ ਹਾਂ, ਬੜੀਆਂ ਮੰਜ਼ਿਲਾਂ ਤੈਅ ਕੀਤੀਆਂ ਨੇ, ਵੋਟ ਪਾਉਣ ਦਾ ਹੱਕ ਅਸੀਂ ਲਿਆ ਇੱਥੇ, ਉਹ ਇੱਕ ਵੱਡੀ ਹਿਸਟਰੀ ਹੈ। ਜਦੋਂ ਜਦ ਕੀਤੀ ਵੋਟ ਪਾਉਣ ਦੇ ਹੱਕ ਤੋਂ ਬਾਅਦ ਅਸੀਂ ਚੋਣਾਂ ਲੜੀਆਂ, ਚੋਣਾਂ ਲੜਨ ਤੋਂ ਬਾਅਦ ਅਸੀਂ ਜਿਸ ਸੂਬੇ ਦੇ ਵਿੱਚੋਂ ਸਾਡੇ ਵੱਡ ਵਡੇਰਿਆਂ ਨੂੰ ਵਾਪਸ ਮੋੜਤਾ ਸੀ, ਉੱਥੇ ਅਸੀਂ ਇਤਿਹਾਸ ਰਚਿਆ। ਉੱਜਲ ਦਸਾਂਝ ਉਸ ਸੂਬੇ ਦਾ ਪ੍ਰੀਮੀਅਰ ਬਣਿਆ, ਮੁੱਖ ਮੰਤਰੀ ਬਣਿਆ। ਹਾਂਜੀ, ਅੱਜ ਉਸੇ ਹੀ ਦੇਸ਼ ਤੋਂ ਆਏ ਹੋਏ ਜਿਹੜੇ ਸਾਡੇ ਵੱਡ ਵਡੇਰੇ ਉਸ ਵਕਤ ਸਨ, ਜਿਨ੍ਹਾਂ ਨੇ ਬੂਟੇ ਲਾਏ, ਸਰਦਾਰ ਸੱਜਣ ਸਿੰਘ ਨੇ, ਵੇਖੋ ਸਾਡੇ ਡਿਫੈਂਸ ਮਿਨਿਸਟਰ। ਹਾਂਜੀ, ਭਾਵੇਂ ਕਿ ਅੱਜ ਨਹੀਂ ਹਨ, ਇਰੀਗੇਸ਼ਨ ਮਿਨਿਸਟਰ ਬਣੇ, ਅਹੁਦੇ 'ਤੇ ਨਹੀਂ ਹਨ। ਹਾਂਜੀ, ਸਾਡੇ ਮਾਨਯੋਗ ਬੈਂਸ ਸਾਹਿਬ, ਕੌਣ ਨਹੀਂ ਜਾਣਦਾ ਹਿਸਟਰੀ ਨੂੰ। ਅਸੀਂ ਆਪੋਜੀਸ਼ਨ ਲੀਡਰ ਬਣਾਇਆ ਜਗਮੀਤ ਧਾਲੀਵਾਲ ਜੀ। ਅਸੀਂ ਸੂਬੇ ਦੇ ਵਿੱਚ MP MPP ਅਤੇ ਬਹੁਤ ਵੱਡੀ ਤਾਦਾਦ ਦੇ ਵਿੱਚ ਸਿਟੀ ਕੌਂਸਲਰ, ਰੀਜਨਲ ਕੌਂਸਲਰ ਬਣਾਏ। ਸਾਰੀਆਂ ਪੋਜੀਸ਼ਨਾਂ ਸਾਡੇ ਕੋਲ ਤਕਰੀਬਨ ਭਾਰਤੀਆਂ ਕੋਲ ਨੇ, ਪਰ ਜੇ ਸਿਹਰਾ ਜਾਂਦਾ ਹੈ ਤਾਂ ਫਿਰ ਸਾਡੇ ਬਾਬਿਆਂ ਨੂੰ ਜਾਂਦਾ। ਅੱਜ ਦੇ ਦਿਨ ਕਾਮਾਗਾਟਾ ਮਾਰੂ ਜਹਾਜ਼ ਕੈਨੇਡਾ ਪੁੱਜਿਆ ਸੀਗਾ, ਉਹਦੀ ਆਪਾਂ ਗੱਲ ਕਰਾਂਗੇ। ਕੀ ਕਹਿਣਾ ਚਾਹੋਗੇ ਚਾਵਲਾ ਸਾਹਿਬ? 21 ਮਈ ਨੂੰ ਜਿਹੜਾ ਕੈਨੇਡਾ ਦੇ ਕੋਲੇ ਵੈਨਕੂਵਰ ਵਿੱਚ ਜਿਹੜਾ ਸੀਗਾ ਘਾਟ ਸੀ, ਉਹਦੇ ਕੋਲੇ ਪਹੁੰਚ ਗਿਆ ਸੀਗਾ, ਤੇ 22 ਮਈ ਨੂੰ ਉਹ ਬਿਲਕੁਲ ਇਕੱਲੇ ਦਾ ਲੱਗ ਗਿਆ ਸੀਗਾ ਜਹਾਜ਼। ਗੁਰਦਿੱਤ ਸਿੰਘ ਸਰਹਾਲੀ ਨੇ ਇਹ ਜਿਹੜਾ ਜਹਾਜ਼ ਕਿਰਾਏ ਤੇ ਲਿਆ ਸੀਗਾ, ਇਹ ਜਹਾਜ਼ ਹਾਂਗਕਾਂਗ, ਸੰਘਾਈ, ਚੀਨ ਤੋਂ ਰਵਾਨਾ ਹੁੰਦਾ ਹੋਇਆ ਯੋਕੋਹਾਮਾ, ਜਾਪਾਨ, ਵੈਨਕੂਵਰ, ਬ੍ਰਿਟਿਸ਼ ਕੋਲੰਬੀਆ ਵਗੈਰਾ ਕੈਨੇਡਾ ਓਵਰਪੁਰ ਪਹੁੰਚਿਆ ਸੀਗਾ। ਤੇ ਉਸ ਤੁਹਾਨੂੰ ਤਾਂ ਪਤਾ ਹੈ, ਤੁਸੀਂ ਤਾਂ ਸਿੱਖ ਇਤਿਹਾਸ ਬਾਰੇ ਜਾਣਦੇ ਹੋ, ਤੇ ਇਹਦੇ ਵਿੱਚ
24 ਕੈਨੇਡਾ ਵਾਸੀਆਂ ਨੂੰ ਤਾਂ ਪਹਿਲਾਂ ਉਹ ਇਜਾਜ਼ਤ ਮਿਲ ਗਈ ਸੀ। 352 ਮੁਸਾਫਰਾਂ ਨੂੰ ਇਜਾਜ਼ਤ ਨਹੀਂ ਮਿਲੀ ਸੀ ਇਜਾਜ਼ਤ ਚਾਹ ਨੂੰ। ਉਹਦੇ ਵਿੱਚ 340 ਸਿੱਖ ਸੀਗੇ, 24 ਮੁਸਲਮਾਨ ਸੀਗੇ, 12 ਹਿੰਦੂ ਸੀਗੇ। ਤੇ ਇਹਨਾਂ ਨੂੰ ਉੱਥੇ ਜਿਹੜੇ ਨਹੀਂ ਮਿਲੀ। ਇਵਨ ਕਿ ਕੈਨੇਡਾ ਸਰਕਾਰ ਨੇ ਇਹ ਕਹਿਤਾ, ਐਲਾਨ ਕਰਤਾ ਸੀਗਾ ਵੀ ਜੇ ਤੁਸੀਂ ਇੱਥੋਂ ਵਾਪਸ ਨਾ ਗਏ ਤਾਂ ਤੁਹਾਡੇ ਉੱਤੇ ਅਸੀਂ ਗੋਲੀ ਚਲਾ ਦੇਣੀ। ਸਿੱਖ ਸੰਗਤਾਂ ਇਕੱਠੀਆਂ ਹੋਈਆਂ ਗੁਰਦੁਆਰਾ ਸਾਹਿਬ ਦੇ ਵਿੱਚ। ਉਹਨਾਂ ਨੇ ਫੈਸਲਾ ਕੀਤਾ ਕਿ ਜੇਕਰ ਗੋਲੀ ਚਲਾਈ ਕੈਨੇਡਾ ਸਰਕਾਰ ਨੇ ਤਾਂ ਅਸੀਂ ਵੀ ਘੱਟ ਨਹੀਂ ਕਰਾਂਗੇ। ਕਾਫੀ ਸਖਤ ਫੈਸਲਾ ਲਿਆ ਸੀ ਸਿੱਖ ਸੰਗਤ ਨੇ। ਉਸ ਤੋਂ ਬਾਅਦ ਫਿਰ ਕੈਨੇਡਾ ਸਰਕਾਰ ਨੇ ਫਿਰ ਗੱਲ ਕੀਤੀ ਇਹਨਾਂ ਮੁਸਾਫਰਾਂ ਦੇ ਨਾਲ। ਉਸ ਤਹਿਤ ਫਿਰ ਉਹਨਾਂ ਨੇ ਕਿਹਾ ਵੀ ਤੁਹਾਨੂੰ ਤੇਲ ਦੇਣ ਵਾਲੇ ਤਿਆਰ ਹਾਂ, ਅਸੀਂ ਉਹ ਸਮਾਨ ਤੁਹਾਨੂੰ ਦੇਣ ਵਾਲੇ ਤਿਆਰ ਹੈਗੇ ਤੇ ਵਾਪਸ ਚਲੇ ਜਾਓ। ਵਾਪਸ ਫਿਰ ਉਹ ਤੁਰਤੇ ਸੀਗੇ ਤੇ ਵਜੇ ਘਰ ਪਹੁੰਚੇ ਸੀਗੇ ਕਲਕੱਤਾ ਦੇ ਵਿੱਚ। ਉੱਥੇ ਵੀ ਮਾੜੀ ਹੋਈ ਉਹਨਾਂ ਨਾਲ, ਬੜਾ ਇੰਡੀਆ ਸਰਕਾਰ ਨੇ ਮਾੜੀ ਕੀਤੀ ਕਿ ਅੰਗਰੇਜ਼ ਸਰਕਾਰ ਸੀ। ਤੇ ਜਦੋਂ ਇੱਕ ਬੱਸ ਖੜੀ ਸੀ ਉਹਨਾਂ ਨੂੰ ਲਿਜਾਣ ਵਾਸਤੇ ਪੰਜਾਬ ਵਾਸਤੇ, ਬੱਸ ਨਹੀਂ ਜਿਹੜੇ ਮੁਸਾਫਰ ਸੀਗੇ ਉਹ ਗੁਰਦੁਆਰਾ ਸਾਹਿਬ ਵੱਲ ਮਾਰਚ ਕਰਨ ਲਈ ਵੱਧ ਗਏ। ਉੱਥੇ ਗੋਲੀਆਂ ਚਲਾ ਦਿੱਤੀਆਂ ਅੰਗਰੇਜ਼ ਸਰਕਾਰ ਨੇ। 15 ਦੇ ਕਰੀਬ ਮੁਸਾਫਰ ਮਾਰੇ ਗਏ। ਕੁਝ ਉੱਥੋਂ ਬਚਣ ਚ ਕਾਮਯਾਬ ਹੋਏ, ਕੁਝ ਜੇਲ੍ਹ ਚਲੇ ਗਏ। ਬੜਾ ਮਾੜਾ ਘਟਨਾ ਵਾਪਰੀ ਸੀਗੀ ਇਹ। ਅੱਜ ਕੱਲ੍ਹ ਤਾਂ ਅਸੀਂ ਜਿਹੜਾ ਨਾ ਪਿਛਲੀ ਕੋਈ 2 ਸਾਲ ਪਹਿਲਾਂ ਇੱਥੇ ਕਾਮਾਗਾਟਾ ਮਾਰੂ ਕਿਹਾ ਗਿਆ ਇਹਨੂੰ। ਕਾਮਾਗਾਟਾ ਮਾਰੂ ਤਾਂ ਸਰ ਕਾਮਾਗਾਟਾ ਮਾਰੂ ਦੇ ਇਤਿਹਾਸ ਕੀ ਨਾਂ ਕਿਉਂ ਪਿਆ, ਇਹਦੇ ਪਿੱਛੇ ਵੀ ਕਾਫੀ ਚਰਚਾ ਹੋਈ ਸੀਗੀ। ਤੇ ਇੱਥੇ ਪੰਜਾਬੀ ਯੂਨੀਵਰਸਿਟੀ ਵਿੱਚ ਕਰਾਇਆ ਸਮਾਗਮ। ਉਦੋਂ ਕਾਮਾਗਾਟਾ ਮਾਰੂ ਦੇ ਜਿਹੜੇ ਵੰਸ਼ਜ ਸੀ, ਅੱਗੇ ਉਹਨਾਂ ਦੇ ਜਿਹੜਾ ਗੁਰਦਿੱਤ ਸਿੰਘ ਸੀਗਾ ਉਹਨਾਂ ਦਾ ਪਰਿਵਾਰਕ ਮੈਂਬਰ ਇੱਥੇ ਪਹੁੰਚੇ ਸੀ ਯੂਨੀਵਰਸਿਟੀ ਵਿੱਚ। ਤੇ ਉਹਨਾਂ ਨੇ ਦੱਸਿਆ ਵੀ ਕਾਫੀ ਕੁਛ ਵੀ ਕਿਵੇਂ ਅਸੀਂ ਜ਼ਿੰਦਗੀ ਕੱਟੀ ਆ ਉੱਥੇ। ਤੇ ਹੁਣ ਜਿਹੜਾ ਕਾਮਾਗਾਟਾ ਮਾਰੂ ਦਾ ਇਹ ਇਤਿਹਾਸ ਹੈ। ਭਾਵੇਂ ਕੈਨੇਡਾ ਸਰਕਾਰ ਨੇ ਉੱਥੇ ਅੱਜ ਤਾਂ ਤੁਸੀਂ ਜਾਣਦੇ ਹੋ, ਤੁਹਾਨੂੰ ਪਤਾ ਕਿ ਅੱਜ ਤਾਂ ਉੱਥੇ ਨਾਂ ਵੀ ਲਿਖ ਦਿੱਤੇ ਗਏ ਆ ਉਹਨਾਂ ਸ਼ਹੀਦਾਂ ਦੇ, ਉਹਨਾਂ ਲੋਕਾਂ ਦੇ ਜਿਹੜੇ ਉੱਥੇ ਪਹੁੰਚੇ। ਬਕਾਇਦਾ ਮਾਫੀ ਮੰਗੀ ਗਈ ਹੈ, ਮਾਫੀ ਮੰਗੀ ਗਈ ਬਕਾਇਦਾ। ਹੁਣ ਤਾਂ ਉਹ ਬੜਾ ਵੱਡਾ ਕੰਮ ਹੋਇਆ ਚੱਲਦਾ ਸਰ। ਤੇ ਪਰ ਉਸ ਵੇਲੇ ਬੜਾ ਪ੍ਰੋਬਲਮਾਂ ਖੜੀਆਂ ਹੋਈਆਂ ਸੀ। ਦੇਖੋ ਕੈਨੇਡਾ ਸਰਕਾਰ ਨੇ ਕਿਹਾ ਸੀ ਨਾ ਉਸ ਵੇਲੇ ਕਿ ਜਿਹੜਾ ਬੰਦਾ ਵੀ ਸਿੱਧਾ ਕੈਨੇਡਾ 'ਚ ਪਹੁੰਚ ਜਾਏ, ਇੱਕ ਕਾਨੂੰਨ ਬਣਾਇਆ ਤੁਹਾਨੂੰ ਪਤਾ ਹੀ ਆ, ਇੱਕ ਕਾਨੂੰਨ ਬਣਾਇਆ ਜਿਹੜਾ ਬੰਦਾ ਸਿੱਧਾ ਕੈਨੇਡਾ 'ਚ ਪਹੁੰਚਦਾ ਤਾਂ ਉਸ ਵੇਲੇ ਉਸ ਬੰਦੇ ਨੂੰ ਅਸੀਂ ਨਾਗਰਿਕਤਾ ਦੇ ਦਿਆਂਗੇ ਸਿੱਧੀ। ਤੇ ਇਹ ਤਹਿਤ ਹੀ ਫਿਰ ਸਰਾਲੀ ਨੇ ਜਹਾਜ਼ ਸਿੱਧਾ ਲੈਣ ਵਾਸਤੇ ਤਾਂ ਜਹਾਜ਼ ਕਿਰਾਏ ਤੇ ਲਿਆ ਸੀ ਵੀ ਸਿੱਧੇ ਕੈਨੇਡਾ ਪਹੁੰਚ ਕੇ ਨਾਗਰਿਕਤਾ ਲੈ ਲਾਂਗੇ। ਪਰ ਉਹ ਫਿਰ ਬਾਅਦ 'ਚ ਵੀ ਕੈਨੇਡਾ ਸਰਕਾਰ ਮੁੱਕਰ ਗਈ ਸੀ ਇਸ ਗੱਲ ਤੋਂ ਲੈ ਕੇ। ਕਾਫੀ ਵੱਡਾ ਮਾਮਲਾ ਚੱਲਦਾ ਸਿੱਖਾਂ ਨਾਲ ਜੁੜਿਆ ਹੋਇਆ। 340 ਸਿੱਖ ਸੀਗੇ। ਕੋਈ ਬਹੁਤ ਵੱਡੀ ਘਟਨਾ ਹੈਗੀ ਆ ਸਿੱਖਾਂ ਨਾਲ ਜੁੜੀ। ਬਾਕੀ ਕੈਨੇਡਾ ਨਾਲ ਤਾਂ ਇਹ ਚਰਚਾ ਇਸ ਕਰਕੇ ਹੋ ਰਹੀ ਹੈ ਕਿ ਚਾਵਲਾ ਸਾਹਿਬ ਆਪਣਾ ਬੜਾ ਤੁਸੀਂ ਛੋਟਾ ਮੰਚ ਹੈ, ਬੜਾ ਛੋਟਾ ਮੰਚ ਨਹੀਂ, ਬਹੁਤ ਵੱਡਾ ਮੰਚ ਆਪਣਾ। ਇਸ ਨੂੰ ਦੁਨੀਆ ਸੁਣਦੀ ਆ। ਜਿਹੜੇ ਪੰਜਾਬੀ ਤੇ ਜਿਹੜੇ ਲੋਕ ਰੰਗਲਾ ਪੰਜਾਬ ਟੀਵੀ ਨੂੰ, ਰੇਡੀਓ ਨੂੰ ਪਿਆਰ ਕਰਦੇ ਆ, ਬਹੁਤ ਸੁਣਦੇ ਆ। ਤੇ ਬਹੁਤ ਵੱਡਾ ਮੰਚ ਆਪਣਾ, ਛੋਟਾ ਮੰਚ ਨਹੀਂ ਹੈਗਾ। ਤੇ ਇਸ ਚਰਚਾ ਹੋ ਰਹੀ ਹੈ ਇਸ ਮੰਚ ਦੇ ਉੱਪਰ ਕਿਉਂਕਿ ਬਹੁਤ ਵੱਡੀ ਘਟਨਾ ਸੀ। ਔਰ ਦੋਸਤੋ ਅੱਜ ਅਸੀਂ ਕੈਨੇਡਾ ਅਮਰੀਕਾ ਆਉਣਾ ਹੋਵੇ ਤਾਂ ਸਾਡੇ ਵਾਸਤੇ ਇਹਨਾਂ ਬਾਬਿਆਂ ਨੇ ਜਿਹੜੇ ਰਾਹ ਖੋਲ੍ਹੇ ਨੇ, ਪਗਡੰਡੀਆਂ ਦੇ ਜਿਹੜੇ ਵੱਡੇ ਹਾਈਵੇ ਬਣ ਗਏ ਨੇ, ਸਾਨੂੰ ਜ਼ਰੂਰ ਸਜਦਾ ਕਰਨਾ ਚਾਹੀਦਾ ਇਹਨਾਂ ਦੀ ਕੁਰਬਾਨੀ ਨੂੰ, ਉਹਨਾਂ ਦੇ ਸਿਰੜ ਨੂੰ। ਹਾਂਜੀ, ਕਿਵੇਂ ਉਸ ਵਕਤ ਉਹਨਾਂ ਨੇ ਕਿਰਾਏ 'ਤੇ ਜਹਾਜ਼ ਲਿਆ। ਹਾਂਜੀ, ਬਾਬਾ ਗੁਰਦਿੱਤ ਸਿੰਘ ਉਹਨਾਂ ਦਾ ਪਰਿਵਾਰ ਇੱਥੇ ਹੈ, ਉਹਨਾਂ ਦੇ ਨਾਲ ਸਾਡੀ ਸ਼ੁਰੂਆਤ ਦੇ ਵਿੱਚ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨਾਲ ਗੱਲਬਾਤ ਵੀ ਹੋਈ ਸੀਗੀ। ਔਰ ਜਦੋਂ ਉਹਨਾਂ ਨੇ ਕੇਸ ਵੀ ਜਿੱਤਿਆ ਇੱਥੇ ਕਾਫੀ ਵੱਡੀ ਤਾਦਾਦ ਦੇ ਵਿੱਚ ਜਿਹੜੇ ਪਰਿਵਾਰ ਨੇ ਉਹ ਬਾਅਦ ਦੇ ਵਿੱਚ ਆਏ ਵੀ, ਉਹਨਾਂ ਦੇ ਵੱਡ ਵਡੇਰੇ ਜਿਹੜੇ ਵਾਪਸ ਮੋੜ ਦਿੱਤੇ ਗਏ ਸਨ। ਇੱਕ ਬਹੁਤ ਵੱਡੀ ਤਰਾਸਦੀ ਹੈ ਤੇ ਬਹੁਤ ਵੱਡੀ ਇੱਕ ਘਟਨਾ ਵੀ ਹੈ। ਖੈਰ, ਵੌਇਸ ਆਫ ਸਿਟੀ 1320 AM ਤੇ ਤੁਸੀਂ ਸੁਣਦੇ ਦੇਖਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਬਿਹਾਰ ਚੱਲਦੇ ਆ। ਬਿਹਾਰ ਦੇ ਵਿੱਚ ਵੈਸੇ ਤਾਂ ਬਲਾਤਕਾਰ ਤਾਂ ਦੁਨੀਆ ਭਰ ਦੇ ਵਿੱਚ ਹੀ ਹੁੰਦੇ ਨੇ, ਘਟਨਾਵਾਂ ਕਿਤੇ ਵੀ ਵਾਪਰ ਸਕਦੀਆਂ ਨੇ। ਪਰ ਪਟਨਾ ਹੌਸਪੀਟਲ ਦੇ ਵਿੱਚ ਇੱਕ ਕਰੋਨਾ ਪੀੜਤ ਕਲਿਆਣ ਨਗਰ ਦੀ 45 ਸਾਲਾ ਮਹਿਲਾ ਦੇ ਨਾਲ ਬਲਾਤਕਾਰ ਦੀ ਖਬਰ ਆਈ ਹੈ। ਬੜੀ ਦਿਲ ਦਹਿਲਾਉਣ ਵਾਲੀ ਹੈ। ਬਲਾਤਕਾਰ ਤੋਂ ਬਾਅਦ ਦਰਿੰਦਿਆਂ ਨੇ ਉਸ ਦਾ ਕਤਲ ਕੀਤਾ। ਮ੍ਰਿਤਕ ਦੀ ਬੇਟੀ ਨੇ ਖੁਲਾਸਾ ਕੀਤਾ। ਕੀ ਕਹਿਣਾ ਚਾਹੋਗੇ? ਘਟਨਾ ਚਾਵਲਾ ਸਾਹਿਬ, ਇਹੋ ਜਿਹੀਆਂ ਘਟਨਾ ਖੈਰ ਇੱਕ ਜਿਹੜੀ ਘਟਨਾ ਵਾਪਰੀ ਸੀਗੀ ਉਹਨੂੰ ਅਸੀਂ ਬੜੀ ਮਾੜੀ ਘਟਨਾ ਕਹਿੰਦੇ ਸੀਗੇ ਜੀ। ਇੱਕ ਮ੍ਰਿਤਕ ਕਰੋਨਾ ਮ੍ਰਿਤਕ ਸੀਗੀ ਹੁਸ਼ਿਆਰਪੁਰ ਦੀ, ਤੇ ਉਸ ਦੀਆਂ ਬਾਲੀਆਂ ਤਾਰਨੀਆਂ ਸੀਗੀਆਂ ਇੱਥੇ ਪਟਿਆਲੇ ਦੇ ਵਿੱਚ ਹਸਪੀਟਲ ਦੇ ਵਿੱਚ। ਸਾਨੂੰ ਬੜੀ ਮਾੜੀ ਘਟਨਾ ਲੱਗੀ ਸੀ। ਤੇ ਉਹ ਹੁਣ ਇਹ ਜਿਹੜੀ ਇਸ ਤੋਂ ਵੱਡੀ ਹੁਣ ਘਟਨਾ ਕੀ ਹੋ ਸਕਦੀ ਹੈ? ਪਟਨਾ ਦੇ ਕਲਿਆਣ ਨਗਰ ਦੀ ਇੱਕ ਔਰਤ ਹੈਗੀ ਆ 45 ਸਾਲਾ, ਉਸਦੀ ਬੇਟੀ ਨੇ ਖੁਲਾਸਾ ਕੀਤਾ ਮੀਡੀਆ ਸਾਹਮਣੇ ਆ ਕੇ ਕਿ ਮੇਰੀ ਮਾਂ ਦੇ ਨਾਲ ਬਲਾਤਕਾਰ ਹੋਇਆ। ਕਰੋਨਾ ਪੀੜਤ ਸੀਗੀ ਉੱਥੇ ਅੰਦਰ, ਇੱਕ ਦਿਨ 100 ਕੰਨਾਂ ਨੇ ਬਲਾਤਕਾਰ ਕੀਤਾ ਹੈਗਾ ਮੇਰੀ ਮਾਂ ਦੇ ਨਾਲ। ਤੇ ਮੈਨੂੰ ਇਹ ਗੱਲ ਦੱਸੀ ਆ ਉਹਨੇ, ਮੈਨੂੰ ਮੈਂ ਮਿਲਣ ਵਾਸਤੇ ਬੜਾ ਜ਼ੋਰ ਲਾਇਆ ਤੇ ਮੈਨੂੰ ਪਹਿਲਾਂ ਦੱਸਦੀ ਮੇਰੇ ਨਾਲ ਮਾੜੀ ਘਟਨਾ ਵਾਪਰੀ ਹੈ, ਮੈਨੂੰ ਮਾੜਾ ਕੀਤਾ ਮੇਰੇ ਨਾਲ ਇਹਨਾਂ ਨੇ। ਤੇ ਬਾਅਦ ਵਿੱਚ ਜਦੋਂ ਰੌਲਾ ਪਾਉਣ ਲੱਗੀ ਤਾਂ ਮੇਰੀ ਮਾਂ ਤੇ ਬਾਅਦ ਵਿੱਚ ਉਹਨੂੰ ਬੇਹੋਸ਼ ਕਰ ਦਿੱਤਾ ਗਿਆ। ਪਹਿਲਾਂ ਠੀਕ ਸੀ ਬਿਲਕੁਲ ਉਹ, ਜਦੋਂ ਬਲਾਤਕਾਰ ਹੋਇਆ ਉਸ ਤੋਂ ਪਹਿਲਾਂ
ਉਹਦੀ ਰਿਕਵਰੀ ਬਹੁਤ ਮਜ਼ਬੂਤ ਸੀਗੀ, ਠੀਕ ਹੋ ਰਹੀ ਸੀ ਉਹ, ਪਰ ਬਲਾਤਕਾਰ ਹੋਣ ਤੋਂ ਬਾਅਦ ਜਦੋਂ ਰੌਲਾ ਪਾਉਣ ਲੱਗੀ ਉਹ ਮੇਰੇ ਨਾਲ ਮਾੜੀ ਘਟਨਾ ਹੋਈ ਤਾਂ ਉਸ ਤੋਂ ਬਾਅਦ ਉਹਨੂੰ ਬੇਹੋਸ਼ ਕਰ ਦਿੱਤਾ ਗਿਆ। ਬੇਹੋਸ਼ ਕਰਨ ਤੋਂ ਬਾਅਦ ਸਾਨੂੰ ਕੁਝ ਦਿਨਾਂ ਪਤਾ ਲੱਗਾ ਕਿ ਉਹ ਮਰ ਗਈ ਹੈ, ਮਾਰ ਦਿੱਤਾ ਗਿਆ ਉਹਨੂੰ। ਤੇ ਇਹਦਾ ਕੇਸ ਦਰਜ ਹੋਣਾ ਚਾਹੀਦਾ, ਕਤਲ ਦਾ ਕੇਸ ਦਰਜ ਹੋਣਾ ਚਾਹੀਦਾ ਹਸਪਤਾਲ ਦੇ ਉੱਤੇ। ਹਸਪਤਾਲ ਵਿੱਚ ਇਹਦਾ ਕੰਮ ਨਹੀਂ ਹੋ ਰਿਹਾ। ਪਟਨਾ ਨਿਤੀਸ਼ ਸਰਕਾਰ ਹੈਗੀ ਆ, ਬੀਜੇਪੀ ਦਾ ਬਹੁਤ ਮਤਾ, ਨਿਤੀਸ਼ ਦਾ ਘੱਟ ਗਿਣਤੀ ਚ, ਪਰ ਫਿਰ ਵੀ ਮੁੱਖ ਮੰਤਰੀ ਉੱਤੇ ਨਿਤੀਸ਼ ਹੈਗਾ। ਨਿਤੀਸ਼ ਸਰਕਾਰ ਦੇ ਵਿੱਚ ਇਹੋ ਜਿਹਾ ਕੰਮ ਨਹੀਂ ਹੋਣਾ ਚਾਹੀਦਾ ਸੀਗਾ। ਚਾਵਲਾ ਸਾਹਿਬ ਬੜਾ ਵੱਡਾ ਉਹ ਹਸਪਤਾਲ ਨੂੰ ਬੰਦ ਕਰਨ ਵਾਸਤੇ ਕੁੜੀ ਕਹਿ ਰਹੀ ਆ ਕਿ ਹਸਪਤਾਲ ਬੰਦ ਹੋਵੇ। ਇਹੋ ਜਿਹੀਆਂ ਘਟਨਾਵਾਂ ਹਿੰਦੁਸਤਾਨ ਵਿੱਚ ਹੋ ਰਹੀਆਂ ਨੇ, ਦਰਦਨਾਕ ਨੇ ਚਾਵਲਾ ਸਾਹਿਬ, ਬਹੁਤ ਦਰਦਨਾਕ। ਅਸੀਂ ਗੱਲ ਕਰਾਂਗੇ। ਵੈਸੇ ਤਾਂ ਸਾਡੇ ਵਾਸਤੇ ਦੇਸ਼ ਦਾ ਹਰ ਇੱਕ ਨੇਤਾ ਜਿਹੜਾ ਹੈ ਉਹ ਨੇਤਾ ਹੀ ਹੈ। ਉਹਨਾਂ ਦੇ ਬਿਆਨਬਾਜ਼ੀਆਂ, ਉਹਨਾਂ ਦੀਆਂ ਅੰਦਰਲੀਆਂ ਜਿਹੜੀਆਂ ਗੱਲਾਂ ਨੇ, ਉਹਨਾਂ ਦੀਆਂ ਬਾਹਰਲੀਆਂ ਗੱਲਾਂ ਜਿਹੜੀਆਂ ਨੇ ਉਹ ਸਾਡੇ ਲਈ ਖਬਰਾਂ ਬਣ ਜਾਂਦੀਆਂ ਨੇ ਕਿ ਪੁਰਾਣੇ ਮੁੱਖ ਮੰਤਰੀ ਨੇ ਆ ਕਿਹਾ, ਪ੍ਰਧਾਨ ਮੰਤਰੀ ਨੇ ਆ ਕਿਹਾ, ਫਲਾਣੇ ਦੇਸ਼ ਦੇ ਮੰਤਰੀ ਨੇ ਆ ਕਿਹਾ, ਫਲਾਣੇ ਦੇਸ਼ ਦੇ ਮੰਤਰੀ ਨੇ ਉਹ ਕਿਹਾ। ਹਾਂਜੀ, ਬੜੇ ਕਿਸੇ ਵੇਲੇ ਇਹੋ ਜਿਹੇ ਬਿਆਨ ਆਉਂਦੇ ਨੇ ਕਿ ਉਹਨਾਂ ਨੂੰ ਪੜ੍ਹ ਕੇ ਸਿਰ ਫੜ ਕੇ ਬਹਿ ਜਾਂਦਾ ਵੀ ਆਹ ਬਿਆਨ ਇਹੋ ਜਿਹੇ ਮੁੱਖ ਮੰਤਰੀ, ਇਹੋ ਜਿਹੇ ਮੰਤਰੀ ਨੇ ਦਿੱਤਾ ਜਾਂ ਬੜਾ ਸ਼ਰਮਸ਼ਾਰ ਵਾਲਾ। ਪਰ ਕੀ ਕਰੀਏ, ਸਾਡੀ ਡਿਊਟੀ ਹੈ ਇੱਕ ਥਾਂ ਤੋਂ ਚੱਕ ਕੇ ਖਬਰ ਦੂਜੇ ਥਾਂ 'ਤੇ ਪਹੁੰਚਾਉਣਾ, ਸਾਡਾ ਕੰਮ ਹੈ। ਮੁੱਖ ਮੰਤਰੀਆਂ ਦੀ ਮੀਟਿੰਗ ਹੋਈ ਹੈ, 10 ਮੁੱਖ ਮੰਤਰੀ ਵੀ ਸ਼ਾਮਲ ਹੋਏ ਨੇ ਤੇ ਮਮਤਾ ਬੈਨਰਜੀ ਕਹਿੰਦੀ ਬਾਵੇ ਬਣਾ ਕੇ 10 ਮੁੱਖ ਮੰਤਰੀ, ਤੇ ਜੇ ਬੋਲੇ ਨੇ ਤੇ ਸਿਰਫ ਭਾਜਪਾ ਵਾਲੇ ਮਾੜੇ ਮੋਟੇ ਬੋਲੇ ਨੇ, ਬਾਕੀਆਂ ਨੂੰ ਤਾਂ ਬੋਲਣ ਨਹੀਂ ਦਿੱਤਾ ਗਿਆ। ਬੜਾ ਤਵਾ ਲਾਇਆ ਉਹਨੇ ਮੁੱਖ ਮੰਤਰੀ ਦੀ ਮੀਟਿੰਗ ਦੇ ਵਿੱਚ। ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਰੋਨਾ ਕਪਟੀ ਤੇ ਬਹਿਰੂਪੀਆ, ਤੇ ਮਮਤਾ ਬੈਨਰਜੀ ਨੇ ਕਿਹਾ ਕਿ ਮੋਦੀ ਗੈਰ ਭਾਜਪਾਈ ਮੁੱਖ ਮੰਤਰੀਆਂ ਨੂੰ ਬੋਲਣ ਨਹੀਂ ਦਿੱਤਾ, ਬਾਵੇ ਬਣਾ ਕੇ ਬਿਠਾ ਦਿੱਤਾ, ਉੱਥੇ ਜਲੀਲ ਕੀਤਾ ਗਿਆ ਮੁੱਖ ਮੰਤਰੀਆਂ ਨੂੰ। और मैं स्पैशल अपने सूबे वास्ते कुछ मंगा रखनियां सन, खास तौर पर कोविड-19 बारे मैनू समा नहीं दिता गया। की कहना चाहोगे? चावला साहब इस तो कहना कि भाजपा के विधायक ने कहा सीगा कि जिहड़ा कोरोना हैगा ये भी जीव आ, इहदे भी जिउण दा हक हैगा। हाँ हाँ हाँ, जीव कहा सीगा, जिउण दा हक हैगा। इहदी भी तां अपनियां कोई भावनावां ने कोरोना दी। चावला साहब ਤੇ ਫਿਰ ਇੱਕ ਭਾਜਪਾਈ ਹੋ ਗਏ ਤੇ ਬਸੰਤ ਹੋ ਗਏ, ਭਗਵੇਂ ਹੋ ਗਏ, ਇਹਨਾਂ ਨੇ ਕਰੋਨਾ ਦੀ ਦੇਵੀ ਬਣਾ ਲਈ ਪੱਤਰ ਦੀ। ਉਹ ਦੇਵੀ ਬਣਾ ਕੇ ਕਰੋਨਾ ਦੀ ਉਹਨੂੰ ਪੁੱਛਣ ਲੱਗ ਪਏ ਕਿ ਸਾਨੂੰ ਭਾਰਤ ਨੂੰ ਮਾਫ ਕਰੋ ਕਰੋਨਾ ਦੇਵੀ, ਕਰੋਨਾ ਦੇਵੀ ਕਹਿੰਦਾ ਉਹਨੂੰ, ਸਾਨੂੰ ਭਾਰਤ ਨੂੰ ਮਾਫ ਕਰੋ ਕਰੋਨਾ ਦੇਵੀ। ਕੀ ਬਾਤ। ਹੁਣ ਮੋਦੀ ਜੀ ਦਾ ਆ ਰਿਹਾ ਇੱਥੇ ਜਿਹਦਾ ਬਿਆਨ ਉਹ ਆਇਆ ਵੀ ਇਹ ਬਹਿਰੂਪੀਆ ਹੈਗਾ। ਇਹ ਬਹਿਰੂਪੀਆ ਸ਼ਬਦ ਵੀ ਕਿਹਾ ਉਹਨੇ, ਤੇ ਇੱਕ ਦੋ ਸ਼ਬਦ ਜਿਵੇਂ ਕਿ ਇਹ ਸਾਡੇ ਬਰਾਬਰ ਇਨਸਾਨ ਦੇ ਬਰਾਬਰ ਹੁੰਦਾ, ਪਰ ਇਹ ਬਹਿਰੂਪ ਕਰਕੇ ਜਿਵੇਂ ਬਹਿਰੂਪੀ ਹੁੰਦੇ ਆ ਆਪਣਾ ਸਿਸਟਮ ਚੇਂਜ ਕਰਦਾ ਏਦਾਂ। ਫਿਰ ਕਿਉਂ ਭਾਜਪਾ ਵਾਲੇ ਦੂਜੇ ਆਗੂ ਤੇ ਪ੍ਰਧਾਨ ਮੰਤਰੀ ਤਾਂ ਆਖੀ ਜਾਂਦਾ ਉਹਨੂੰ, ਇੱਕ ਜੀਵ ਦੇ ਤੌਰ ਤੇ ਲੈ ਰਿਹਾ ਉਹਨੂੰ, ਬਹਿਰੂਪੀਆ ਕਹਿ ਰਿਹਾ ਉਹਨੂੰ, ਬਾਦਲਦਾਰ ਨੂੰ, ਤੇ ਉਹ ਫਿਰ ਕਿਉਂ ਨਾ ਹੋਰ ਲੋਕ ਕਰਨਗੇ। ਮਮਤਾ ਬੈਨਰਜੀ ਨੇ ਕਿਹਾ ਕਿ ਜਿਹੜਾ ਪ੍ਰਧਾਨ ਮੰਤਰੀ ਦੀ ਮੀਟਿੰਗ ਹੋਈ ਸਾਡੇ ਨਾਲ, ਇਹਦੇ ਵਿੱਚ ਸਾਨੂੰ ਬੋਲਣ ਦਿੱਤਾ ਗਿਆ, ਸੰਘੀ ਢਾਂਚੇ ਦਾ ਗਲਾ ਘੋਟਿਆ ਗਿਆ। ਮੁੱਖ ਮੰਤਰੀਆਂ ਦਾ ਫਰਜ਼ ਬਣਦਾ ਕਿ ਉਹਦੀ ਗੱਲ ਸੁਣੋ, ਸਾਡੀ ਗੱਲ ਨਹੀਂ ਸੁਣੇਗੀ। ਅਸੀਂ ਵੀ ਕੁਝ ਮੰਗਾਂ ਰੱਖੀਆਂ ਸੀਗੀਆਂ, ਮੋਦੀ ਜੀ ਖੁਦ ਹੀ ਬੋਲੀ ਗਏ। ਮੋਦੀ ਜੀ ਕਿਸੇ ਦੀ ਗੱਲ ਨਹੀਂ ਸੁਣਦੇ। ਡਰ ਲੱਗਦਾ ਮੋਦੀ ਜੀ ਨੂੰ, ਕੀ ਕਿਹਾ ਉਹਨੇ ਕਿ ਕੋਈ ਕਿਤੇ ਸਾਡੇ ਖਿਲਾਫ ਬੋਲ ਨਾ ਦੇਵੇ। ਉਹ ਡਰਦਾ ਹੈ ਆਪਣੀ ਵਿਰੋਧਤਾ ਤੋਂ। ਉਹ ਕਿਉਂ ਨਹੀਂ ਕਿਸੇ ਨੂੰ ਬੋਲਣ ਦੇ ਰਿਹਾ? ਫਿਰ ਉਹ ਸੰਘੀ ਢਾਂਚੇ ਦਾ ਕਤਲ ਹੈਗਾ, ਸਾਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ। ਮਮਤਾ ਨੇ ਕੀਤੀਆਂ ਨੇ। ਚਾਵਲਾ ਸਾਹਿਬ ਜੀ, ਅਕੀਦਾ ਸਾਹਿਬ, ਦੋ ਗੱਲਾਂ ਨੇ। ਨਰਿੰਦਰ ਮੋਦੀ ਸਾਹਿਬ ਦੀ ਇੱਕ ਗੱਲ ਨਾਲ ਤਾਂ ਅਸੀਂ ਸਹਿਮਤ ਹਾਂ ਕਿ ਅਸੀਂ ਖੁਦ ਵੀ ਲਫ਼ਜ਼ ਵਰਤੇ ਰਹੇ ਹਾਂ ਕਿ ਇਹ ਬਹਿਰੂਪੀਆ। ਹਰ ਦੇਸ਼ ਦੇ ਵਿੱਚ ਇਹਦਾ ਅਟੈਕ ਕਰਨ ਦਾ ਢੰਗ ਵੱਖਰਾ ਹੈ, ਕੈਨੇਡਾ ਦੇ ਵਿੱਚ ਵੱਖਰਾ, ਇੰਡੀਆ ਦੇ ਵਿੱਚ ਵੱਖਰਾ। ਹੁਣ ਵੇਖੋ ਕੇਜਰੀਵਾਲ ਦਾ ਬਿਆਨ ਆ ਤੇ ਕਿਵੇਂ ਉਸ ਨੂੰ ਹੜਕੰਬ ਬਣਾ ਕੇ ਜਿਹੜਾ ਹੈ ਵਰਤਿਆ ਗਿਆ। ਹਾਂਜੀ, ਉਹਨਾਂ ਦਾ ਬਿਆਨ ਜਿਹੜਾ ਆਇਆ ਵਾ ਉਸ ਨੂੰ ਚਰਚਾ ਦੇ ਵਿੱਚ ਲਿਆ ਗਿਆ। ਜੇ ਇਹ ਵੇਰੀਐਂਟ ਜੀ ਇਹ ਚਾਈਨਾ ਦਾ ਵੱਖਰਾ ਵਾ, ਜੇ ਅਫਰੀਕਾ ਵਾਲਾ ਵੱਖਰਾ ਵਾ ਤੇ ਇੰਡੀਆ ਵਾਲਾ ਵੱਖਰਾ ਵਾ, ਇਹ ਇੱਕ ਦੂਜੇ ਤੇ ਤੋੜਾ ਝਾੜੀ ਜਾਂਦੇ। ਹਾਂਜੀ, ਇੱਕ ਦੂਜੇ ਤੇ ਤੋੜਾ ਝਾੜੀ ਜਾਂਦੇ। ਵੇਰੀਐਂਟ ਤੇ ਇਹ ਬਹਿਰੂਪੀਆ ਤਾਂ ਹੈ ਹੀ ਹੈ, ਇਹਦਾ ਰੂਪ ਵੱਖਰਾ। ਪਰ ਜਿਹੜਾ ਮਮਤਾ ਬੈਨਰਜੀ ਵਾਲਾ ਬਿਆਨ ਆ ਉਹਦੇ ਵਿੱਚ ਤੁਸੀਂ 10 ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਬੁਲਾਇਆ ਹੈ। ਰੂਲ ਐਂਡ ਰੈਗੂਲੇਸ਼ਨ ਕੁਝ ਤੁਹਾਡੇ ਨਿਯਮ ਹੋਣਗੇ ਕਿ ਹਰ ਸੂਬੇ ਦੇ ਮੁੱਖ ਮੰਤਰੀ ਨੂੰ ਉਹ ਮੀਟਿੰਗ ਦੇ ਵਿੱਚ ਸ਼ਾਮਲ ਹੈ ਤੇ ਉਹਨਾਂ ਨੂੰ 2-2 3-3 ਮਿੰਟ ਦਿੱਤੇ ਜਾਣ, ਜਾਂ ਉਹਨਾਂ ਨੂੰ 1.5 ਮਿੰਟ 2 ਮਿੰਟ 2.5 ਮਿੰਟ ਦਿੱਤੇ ਜਾਣ ਵੀ ਤੁਸੀਂ ਇਸ ਪ੍ਰਧਾਨ ਮੰਤਰੀ ਨਾਲ ਮੀਟਿੰਗ ਕਰ ਰਹੇ ਹੋ, ਤੁਸੀਂ ਆਏ ਹੋ, ਬੈਠੇ ਹੋ ਸਪੈਸ਼ਲ ਜੂਮ ਮੀਟਿੰਗ ਦੇ ਵਿੱਚ, ਤੇ ਉਹਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਪ੍ਰਧਾਨ ਮੰਤਰੀ ਸਾਹਿਬ ਦਾ। ਜੇ ਹੁਣ ਮੈਂ ਤੁਹਾਨੂੰ ਸੱਦਿਆ ਹੈ, ਜਰਨਾ ਅੰਜੂ ਜੀ ਬੈਠੇ ਨੇ, ਮੈਂ ਹੀ ਬੋਲੀ ਜਾਊਂਗਾ, ਅੰਜੂ ਜੀ ਨੂੰ ਮੈਂ ਬੋਲਣ ਦਊਂਗਾ ਤੇ ਇਹਨਾਂ ਦਾ ਕੀ ਬੈਠਣ ਦਾ ਫਾਇਦਾ? ਜਾਂ ਤੁਹਾਨੂੰ ਮੈਂ ਲਾਈਨ ਤੇ ਲੈ ਕੇ ਆਂਦਾ ਤੇ ਮੈਂ ਹੀ ਬੋਲੀ ਜਾਵਾਂ ਤੇ ਤੁਹਾਡਾ ਇੱਥੇ ਲਾਈਨ ਤੇ ਆਉਣ ਦਾ ਕੀ ਫਾਇਦਾ? ਇੱਧਰ ਮੇਰੇ ਨਾਲ ਕਾਲਰ ਨੇ
ਜੇ ਆਪਾਂ ਉਹਨਾਂ ਨੂੰ ਕਾਲ ਨੂੰ ਏਅਰ ਤੇ ਲੈਂਦੇ ਹਾਂ, ਉਹਨਾਂ ਨੂੰ ਬੋਲਣ ਦਿੱਤਾ ਜਾਂਦਾ ਤੇ ਫਾਇਦਾ ਕੀ? ਮੁੱਖ ਮੰਤਰੀ ਚੁਣਿਆ ਹੋਇਆ ਨੁਮਾਇੰਦਾ ਹੈ। ਮੀਟਿੰਗ ਤੁਸੀਂ ਇਸ ਕਰਕੇ ਕੀਤੀ ਹੈ ਕਿ ਆਪਣੀਆਂ ਗੱਲਾਂ ਕਰੋ, ਆ ਕੇ ਸਾਨੂੰ ਆਪਣੀ ਮੁਸ਼ਕਲਾਵਾਂ ਦੱਸੋ, ਤੇ ਤੁਸੀਂ ਮੁਸ਼ਕਲਾਵਾਂ ਸੁਣਨੀਆਂ ਹੀ ਨਹੀਂ ਤੇ ਫਿਰ ਮੀਟਿੰਗ ਕਰਨ ਦਾ ਕੀ ਫਾਇਦਾ? ਚਲੋ ਅੱਜ ਹੁਣ ਤੇ ਜ਼ੂਮ ਮੀਟਿੰਗ ਹੈ, ਜੇ ਤੁਸੀਂ ਫਿਜ਼ੀਕਲ ਮੀਟਿੰਗ ਉਹਨਾਂ ਨੂੰ ਦਿੱਲੀ ਸੱਦੋ ਤੇ ਫਿਰ ਵੀ ਨਾ ਬੋਲਣ ਦਿਓਗੇ, ਹੈ ਨਾ? ਇੱਥੇ ਤੇ ਫਿਰ ਗੱਲ ਆ ਗਈ ਨਾ, ਫਿਰ ਉਹਨੇ ਗੱਲ ਸਹੀ ਕਹੀ ਹੈ ਕਿ ਬਾਵੇ ਬਣਾ ਕੇ ਬਿਠਾ ਦਿੱਤਾ ਸਾਨੂੰ। ਚਲੋ ਤੇ ਜੇ ਬੋਲੇ ਤਾਂ ਸਿਰਫ ਭਾਜਪਾ ਦੇ ਮੁੱਖ ਮੰਤਰੀ ਬੋਲੇ ਨੇ, ਕਿਉਂ ਬਈ? ਬਾਕੀ ਸੂਬੇ ਦੇ ਵਿੱਚ ਲੋਕੀ ਨਹੀਂ ਵਸਦੇ? ਬਾਕੀ ਸੂਬੇ ਦੇ ਵਿੱਚ ਅੱਜ ਜੀ ਉਸ ਸੂਬੇ ਦਾ ਮੁੱਖ ਮੰਤਰੀ ਦਾ ਪਾਰਟੀ ਡਿਫਰੈਂਟ ਹੈ, ਪਰ ਤੁਹਾਡੇ ਪਾਰਟੀ ਦੇ ਬੰਦੇ ਵੀ ਤਾਂ ਉੱਥੇ ਵਸਦੇ ਨੇ, ਉਹਨਾਂ ਨੂੰ ਵੀ ਤਾਂ ਲੋੜਾਂ ਹਨ ਨਾ। ਜੇ ਕਰੋਨਾ ਨੇ ਜੇਕਰ ਅਟੈਕ ਕਰਨਾ ਤੇ ਉਹਨੇ ਦੇਖ ਕੇ ਥੋੜ੍ਹੀ ਕਰਨਾ ਕਿ ਇਹ ਭਾਜਪਾ ਹੀ ਹੈ, ਜਾਂ ਕਾਂਗਰਸੀ ਹੈ, ਜਾਂ ਅਕਾਲੀ ਹੈ, ਜਾਂ ਜਨ ਸੰਘੀ ਹੈ, ਤੇ ਮੈਂ ਇਹਨੂੰ ਫੜਾਂ ਬਈ ਭਾਜਪਾ ਨੂੰ ਛੱਡ ਦਵਾਂ। ਨਾਲੇ ਦੇਸ਼ ਦਾ ਪ੍ਰਧਾਨ ਮੰਤਰੀ ਮਾਂ ਬਾਪ ਹੁੰਦਾ ਸਾਰੇ ਸੂਬਿਆਂ ਦੀ, ਸਾਰੇ ਦੇਸ਼ ਦਾ। ਸੋਨੀਆ ਗਾਂਧੀ ਵਾਲਾ ਬਿਆਨ ਹੈ, ਪਰੰਤੂ ਕਾਲ ਲੈ ਲਈਏ। ਵੌਇਸ ਆਫ ਸਿਟੀ 3020 AM ਦੇਖਦੇ ਹਾਂ ਸਾਡੇ ਨਾਲ ਕੌਣ ਨੇ। ਵੈਲਕਮ ਜੀ। ਸਤਿ ਸ਼੍ਰੀ ਅਕਾਲ ਜੀ। ਸੋਨੀਆ ਗਾਂਧੀ ਵਾਲਾ ਬਿਆਨ ਹੈ, ਪਰੰਤੂ ਕਾਲ ਲੈ ਲਈਏ। ਵੌਇਸ ਆਫ ਸਿਟੀ 3020 AM ਦੇਖਦੇ ਹਾਂ ਸਾਡੇ ਨਾਲ ਕੌਣ ਨੇ। ਵੈਲਕਮ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਕਿਦਾਂ ਸਰ ਮੋਗੇ ਦੇ ਨੇੜੇ ਲੰਘਿਆਂ ਨੇ ਕੋਈ ਜਹਾਜ਼ ਡਿੱਗਿਆ? ਹਾਂਜੀ, ਖਬਰ ਤੇ ਆ ਰਹੀ ਹੈ ਜੀ। ਹਾਂਜੀ, ਕਿਹੜਾ ਪੂਰੀ ਖਬਰ ਨਹੀਂ ਹੈਗੀ, ਪੂਰੀ ਖਬਰ ਨਹੀਂ ਹੈਗੀ ਕੋਲ, ਪਰ ਏਦਾਂ ਦਾ ਆ ਰਹੀਆਂ ਨੇ ਕੋਈ ਸੋਚ ਸਮਝ ਤੱਕ। ਪੂਰੀ ਖਬਰ ਨਹੀਂ ਜੇ ਦੇਖ ਸਕਿਆ। ਪੂਰੀ ਖਬਰ ਦੇ ਦਿੰਦੇ ਹਾਂ ਜੀ ਅਗਲੇ ਸੇ ਤੁਹਾਨੂੰ। ਬਹੁਤ ਮਿਹਰਬਾਨੀ। ਥੈਂਕ ਯੂ। ਸੀ ਜਮਾਰ ਦੇ 120 ਮੀਟਰ ਬੈਂਡ ਤੁਸੀਂ ਸੁਣਦੇ ਦੇਖਦੇ ਜਾ ਰਹੇ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਸੋਨੀਆ ਗਾਂਧੀ ਅਟੈਕ ਮੂਡ ਤੇ ਨੇ, ਸਾਰਾ ਪਰਿਵਾਰ ਗਾਂਧੀ। ਕਿਹਾ ਕਿ ਕਰੋਨਾ ਕਰਕੇ ਆਪਣੇ ਮਾਪੇ ਭਾਰਤ ਦੇ ਕਰੀਬ ਨਵੋਦਿਆ ਸਕੂਲ ਹੈਗੇ ਆ 661 ਦੇ ਕਰੀਬ ਭਾਰਤ ਵਿੱਚ, ਬਹੁਤ ਵੱਡੀ ਗਿਣਤੀ ਆ। ਤੇ ਇਹਨਾਂ ਦੇ ਬਾਰੇ ਚ ਕਿਹਾ ਸੋਨੀਆ ਗਾਂਧੀ ਨੇ ਕਿ ਜਿਹੜਾ ਇਹ ਹੈਗਾ ਨਾ, ਜੋ ਬੱਚੇ, ਜਿਹਨਾਂ ਬੱਚਿਆਂ ਦੇ ਮਾਂ ਬਾਪ, ਕੋਈ ਮਾਂ ਸੀ ਕੋਈ ਬਾਪ ਸੀ, ਕਮਾਊ ਸੀਗੇ, ਤੇ ਉਹ ਕਰੋਨਾ ਕਰਕੇ ਚਲੇ ਗਏ, ਉਹਨਾਂ ਬੱਚਿਆਂ ਦੀ ਅੱਗੇ ਪਰਵਰਿਸ਼ ਕਰਨ ਵਾਸਤੇ ਕੇਂਦਰ ਸਰਕਾਰ ਉੱਥੇ ਆਪਣਾ ਹੱਥ ਵਧਾਵੇ। ਜਿੰਨੇ ਨਵੋਦਿਆ ਸਕੂਲ ਹੈਗੇ ਆ ਭਾਰਤ ਵਿੱਚ, ਉਹ ਸਾਰੇ ਨਵੋਦਿਆ ਸਕੂਲਾਂ ਦੇ ਵਿੱਚ ਉਹਨਾਂ ਦੀ ਪੜ੍ਹਾਈ ਮੁਫਤ ਕਰਾਈ ਜਾਵੇ। ਇਸ ਗੱਲ ਨੂੰ ਲੈ ਕੇ ਜਿਹੜਾ ਭਾਜਪਾ ਨੇ ਕਿਹਾ ਕਿ ਜੁਮਲਾ ਹੈਗਾ, ਤੇ ਜੁਮਲੇਬਾਜ਼ੀ ਦੀ ਗੱਲ ਕਰਨ ਲੱਗੀ ਹੈ ਸੋਨੀਆ ਗਾਂਧੀ। ਪਹਿਲਾਂ ਹੀ ਉੱਥੇ ਬੱਚੇ ਪੜ੍ਹ ਰਹੇ ਨੇ ਬਹੁਤ, ਤੇ ਉਹ ਅਸੀਂ ਵੀ ਅੱਗੇ ਸੋਚਾਂਗੇ ਅੱਗੇ। ਫਿਰ ਰਾਹੁਲ ਗਾਂਧੀ ਨੇ ਕਿਹਾ ਕਿ ਜਿਹੜੀ ਗੱਲ ਸ਼੍ਰੀਮਤੀ ਸੋਨੀਆ ਗਾਂਧੀ ਨੇ ਆਖੀ ਹੈ ਨਾ, ਉਸ ਗੱਲ ਨੂੰ ਵਿਚਾਰੋ। ਰਾਹੁਲ ਗਾਂਧੀ ਆਪਣੀ ਮਾਂ ਦੇ ਬਿਆਨ ਦੀ ਪ੍ਰੋੜਤਾ ਕਰ ਰਿਹਾ ਕਿ ਵਿਚਾਰੋ, ਬਹੁਤ ਵੱਡੀ ਗੱਲ ਹੈ। ਬਹੁਤ ਸਾਰੇ ਸਾਡੇ ਬੱਚੇ ਅਨਾਥ ਹੋ ਚੁੱਕੇ ਆ ਕਰੋਨਾ ਦੇ ਵਿੱਚ, ਤੇ ਬਹੁਤ ਸਾਰੇ ਬੱਚਿਆਂ ਦੇ ਮਾਂ ਬਾਪ ਉਹ ਪਰਿਵਾਰ ਦੇ ਵਿੱਚ ਮੈਂਬਰ ਚ ਜੋ ਪਰਿਵਾਰ ਕਮਾਉਂਦੇ ਸੀਗੇ, ਇਸ ਕਰਕੇ ਉਹਨਾਂ ਬੱਚਿਆਂ ਦੀ ਸੰਭਾਲ ਕੀਤੀ ਜਾਵੇ। ਪਰ ਭਾਜਪਾ ਨੇ ਇਹਨੂੰ ਜੁਮਲਾ ਕਿਹਾ। ਚੱਲੋ ਸਰਕਾਰ ਦੇ ਮੁੱਖ ਵਿਗਿਆਨਕ ਨੇ ਖਬਰ ਮੈਂ ਸਾਂਝੀ ਕਰਕੇ ਹਟਿਆ ਹੁਣੇ ਹੀ ਕਿ ਵਿਜੇ ਰਾਘਵਨ ਨੇ ਕਿਹਾ ਕਿ ਇਹਨੂੰ ਕੇਂਦਰ ਦੇ ਹੀ ਮੰਨਿਆ ਜਾ ਰਿਹਾ ਕਿ ਕੇਂਦਰ ਸਰਕਾਰ ਵੱਲੋਂ ਇਹ ਕਿ ਕਰੋਨਾ 10 ਮੀਟਰ ਤੱਕ ਹਵਾ ਵਿੱਚ ਵੀ ਫੈਲ ਸਕਦਾ ਹੈ। ਔਰ ਜਦੋਂ ਕਰੋਨਾ ਦਾ ਜਦੋਂ ਕਹਿਰ ਸ਼ੁਰੂ ਹੋਇਆ ਸੀ ਨਾ, ਸ਼ੁਰੂਆਤ ਦੇ ਵਿੱਚ ਬੜੇ ਤਰੀਕੇ ਦੇ ਨਾਲ, ਕਿਉਂ ਜੀ ਬਹੁਤ ਗੱਲਾਂ ਪੜ੍ਹਦੇ ਸਾਂ ਕਿ ਕਰੋਨਾ ਦਾ ਮਤਲਬ ਇਹ ਇੰਨੇ ਮੀਟਰ ਦੂਰੀ ਤੱਕ ਜਾ ਸਕਦਾ ਹੈ। 10 ਮੀਟਰ ਤੱਕ ਪਹਿਲੀ ਵੀ ਨਹੀਂ ਹੈ, 10 ਮੀਟਰ ਤੱਕ ਮੇਰੇ ਖਿਆਲ 'ਚ ਪਹਿਲਾਂ ਵੀ ਇਹ ਗੱਲ ਆ ਚੁੱਕੀ ਹੈ। ਵਿਗਿਆਨੀਆਂ ਨੇ ਉਦੋਂ ਵੀ ਕਿਹਾ ਸੀ ਕਿ ਇਹ ਐਡੀ ਵੱਡੀ ਹਵਾ ਦੇ ਵਿੱਚ ਛਾਲ ਮਾਰਦਾ ਇੰਨੀ ਦੂਰ ਤੱਕ ਜਾ ਸਕਦਾ ਹੈ। ਉਦੋਂ ਬਾਅਦ ਥੋੜ੍ਹਾ ਜਿਹਾ ਘਟਾ ਦਿੱਤਾ ਗਿਆ। ਉਦੋਂ ਬਾਅਦ ਮਾਸਕ ਆਏ ਜੀ, ਡਬਲ ਮਾਸਕ ਆਏ ਜੀ, N95, ਹਾਂਜੀ, ਉਹਦੇ ਬਾਰੇ ਆ ਗਿਆ ਕਈ ਕੁਛ। ਫਿਰ ਕਾਫੀ ਇਹਨੂੰ ਮਤਲਬ ਇਹਦੇ ਉੱਤੇ ਖੋਜਾਂ ਹੋਈਆਂ ਨੇ, ਪਰ ਜਿਹੜੀ ਆਹ ਖੋਜ ਹੈ 10 ਮੀਟਰ ਤੱਕ ਹਵਾ ਵਿੱਚ ਫੈਲ ਸਕਦਾ ਤੇ ਲੋਕਾਂ ਵਿੱਚ ਇਹਦੇ ਵਿੱਚ ਡਰ ਦਾ ਮਾਹੌਲ ਹੈ। ਡਰ ਨਾਲੋਂ ਸੁਚੇਤ ਹੋਣਾ ਮੈਂ ਸਮਝਦਾ ਕਿ ਭਾਰਤੀਆਂ ਨੂੰ ਜਾਂ ਦੁਨੀਆ ਭਰ ਦੇ ਵਿੱਚ ਜਿਹੜੇ ਲੋਕ ਨੇ ਜਿਹੜੀ ਸਾਡੀ ਭਾਸ਼ਾ ਸਮਝਦੇ ਨੇ, ਮੈਂ ਉਹਨਾਂ ਨੂੰ ਕਹਾਂਗਾ ਕਿ ਦੂਜਿਆਂ ਨੂੰ ਵੀ ਤੁਸੀਂ ਦੱਸੋ ਕਿ ਡਰ ਨਾਲ ਤਾਂ ਬੰਦਾ ਉੱਦਾਂ ਡਹਿਲ ਜਾਂਦਾ, ਤੇ ਡਹਿਲ ਜਿਹੜਾ ਹੈ ਉਹ ਅਗਲਾ ਜਿਹੜਾ ਹਾਰਟ ਅਟੈਕ ਦਾ ਕਾਰਨ ਬਣਦਾ। ਇਹਦੇ ਕਰਕੇ ਵੀ ਮੌਤਾਂ ਜ਼ਿਆਦੀਆਂ ਹੋ ਰਹੀਆਂ ਨੇ। ਡਰਨਾ ਨਹੀਂ, ਇਹਦਾ ਸਾਹਮਣਾ ਕਰਨਾ, ਇਹ ਤੋਂ ਸਿਰਫ ਸਾਵਧਾਨ ਹੋਣਾ। ਕੀ ਕਹਿਣਾ ਚਾਹੋਗੇ ਕਿ 10 ਮੀਟਰ ਤੱਕ ਹਵਾ ਵਿੱਚ ਫੈਲ ਸਕਦਾ, ਵੀ ਫੈਲ ਸਕਦਾ? ਹਾਂ, ਵਿਜੇ ਰਾਘਵਨ ਨੇ ਕਿਹਾ, ਚਾਵਲਾ ਸਾਹਿਬ ਇਹਨਾਂ ਦਾ ਕੇਂਦਰੀ ਵਿਗਿਆਨੀ ਸਲਾਹਕਾਰ ਹੈ ਕੇਂਦਰ ਸਰਕਾਰ ਦਾ, ਉਸ ਵੱਲੋਂ ਇਹ ਗੱਲ ਆਖੀ ਹੈ। ਦੇਖੋ ਹੁਣ ਨਾ ਇਹਨਾਂ 2 ਸਾਲ ਦੇ ਵਿੱਚ ਨਾ, ਚਾਵਲਾ ਸਾਹਿਬ, ਸਾਲ ਦੇ ਵਿੱਚ ਕੁਝ ਸ਼ਬਦ ਨਵੇਂ ਪ੍ਰਵੇਸ਼ ਕੀਤੇ ਆ ਆਪਣੀ ਡਿਕਸ਼ਨਰੀ ਦੇ ਵਿੱਚ। ਕੁਝ ਸ਼ਬਦ, ਕਾਫੀ ਸ਼ਬਦ ਨੇ, ਜਿਵੇਂ ਕਿ ਇਹ ਸ਼ਬਦ ਕੋਵਿਡ ਸ਼ਬਦ ਪਹਿਲੀ ਵਾਰੀ ਆਇਆ ਆਪਣੇ ਕੋਲੇ, ਕਰੋਨਾ ਸ਼ਬਦ ਪਹਿਲੀ ਵਾਰੀ ਆਇਆ ਆਪਣੇ ਕੋਲੇ,
ਇਵਨ ਕਿ ਕੁਝ ਐਸੇ ਸ਼ਬਦ ਲੋਕਡਾਊਨ ਸ਼ਬਦ ਬਹੁਤ ਜਿਹੜੇ ਪ੍ਰਚਾਰ 'ਚ ਜ਼ਿਆਦਾ ਫਰਕ ਹੈਗਾ, ਸ਼ਬਦ ਹੈਗਾ ਪਰ ਪ੍ਰਚਾਰ 'ਚ ਬਹੁਤ ਜਿਹੜਾ ਕਿ ਕਾਫੀ ਆਇਆ। ਤੇ ਇਸ ਤਰ੍ਹਾਂ ਇਹ ਜਿਹੜਾ ਹੁਣ ਕਿਹਾ ਵਿਗਿਆਨੀ ਨੇ ਬਈ 10 ਮੀਟਰ ਤੱਕ ਕਰੋਨਾ ਛਾਲ ਮਾਰਦਾ, ਤੁਸੀਂ ਕੀ ਗੱਲ ਕੀਤੀ ਹੈ, ਛਾਲ ਮਾਰਦਾ ਕਰੋਨਾ 10 ਮੀਟਰ ਤੱਕ ਪਹੁੰਚ ਸਕਦਾ। ਇੱਕ ਨਵੀਂ ਧਾਰਨਾ ਹੈਗੀ ਹੈ ਛਾਲ ਮਾਰਨਾ, ਵੈਸੇ ਪਹਿਲਾਂ ਵੀ ਗੱਲ ਹੁੰਦੀ ਰਹੀ ਹੈ, ਪਰ ਕਰੋਨਾ ਇੱਕ ਇਹੋ ਜਿਹੀ ਚਾਵਲਾ ਸਾਹਿਬ ਗੱਲ ਹੈਗੀ। ਵੈਸੇ ਤਾਂ ਵਿਗਿਆਨੀ ਜਣਾ ਜਾਣਦੇ ਆ, ਆਪਾਂ ਤਾਂ ਖੈਰ ਜਿੰਨੇ ਕਿ ਪੜ੍ਹਦੇ ਹਾਂ, ਜਿੰਨੇ ਕੁ ਜੋ ਅਖਬਾਰਾਂ 'ਚ ਪੜ੍ਹਦੇ ਹਾਂ, ਜੋ ਖੋਜਾਂ ਪੜ੍ਹਦੇ ਉਹਦੇ ਮੁਤਾਬਿਕ ਗੱਲ ਕਰਦੇ ਹਾਂ ਆਪਾਂ ਦਾ ਆਪਾਂ ਨਾ ਡਾਕਟਰ ਆਪਾਂ ਨਾ ਕੋਈ ਵਿਗਿਆਨੀ ਆ। ਉਹ ਕਰੋਨਾ ਇੱਕ ਇਹੋ ਜਿਹਾ ਵਾਇਰਸ ਹੈਗਾ ਜਿਹੜਾ ਕਿ ਇੱਕ ਜਣਾ ਰਹਿੰਦਾ ਹੈ। ਉਹ ਜਦੋਂ ਕੋਈ ਛਿੱਕ ਮਾਰਦਾ ਜਾਂ ਕੋਈ ਥੁੱਕ ਜਾਂ ਕੋਈ ਐਸੀ ਗੱਲ ਜਦੋਂ ਕਿਸੇ ਦੇ ਮੂੰਹ ਨਾਲ ਲੱਗ ਜਾਂਦਾ, ਏਦਾਂ ਕੋਈ ਨੱਕ ਨਾਲ ਲੱਗ ਗਿਆ, ਮੂੰਹ ਨਾਲ ਲੱਗ ਗਿਆ, ਤਾਂ ਉਹਦੇ ਅੰਦਰ ਪ੍ਰਵੇਸ਼ ਕਰਦਾ ਉਹਦੇ ਰਾਹੀਂ। ਉਹ ਕੋਈ ਸਾਹ ਸੂਲ ਨਹੀਂ ਮਾਰਦਾ ਕਰੋਨਾ। ਪਤਾ ਨਹੀਂ ਇਹ ਖੋਜ ਜਿਹੜੀ ਮੈਂ ਪੜ੍ਹੀ ਆ, ਤੇ ਉਹ ਸਿਰਫ ਏਦਾਂ ਵੀ ਜਦੋਂ ਆਪਣਾ ਹੱਥ ਜਿੰਨਾ ਮੂੰਹ ਲਾਓਗੇ, ਆਪਣਾ ਹੱਥ ਮੂੰਹ ਨੂੰ ਲੱਗ ਗਿਆ ਤੇ ਨੱਕ ਨੂੰ ਲੱਗ ਗਿਆ, ਮੂੰਹ ਲੱਗ ਗਿਆ ਕਰੋਨਾ ਆਪਣੇ ਅੰਦਰ। ਜੇ ਆਪਣੇ ਹੱਥਾਂ 'ਚ ਹੈਗਾ ਜ਼ਹਿਰ 'ਚ ਹੱਥ ਮਿਲਾਇਆ ਜਿਵੇਂ ਆਪਾਂ ਨੇ, ਤਾਂ ਕਰੋਨਾ ਅੰਦਰ ਜਾ ਸਕਦਾ। ਫਿਰ ਵੀ ਉਹ ਕਹਿੰਦੇ ਆ ਕਿ ਇਹ ਇੱਕ ਡਰ ਦੀ ਸਥਿਤੀ ਤੁਸੀਂ ਕਾ ਸਟੇਟ ਰਹੋ। ਤੇ ਡਰਾਉਣ ਵਾਲੀ ਗੱਲ ਵੀ ਹੈ, ਇੱਕ ਸਟੇਟ ਲੈਣ ਦੀ ਗੱਲ ਵੀ ਹੈ, ਸਟੇਟ ਰੱਖਣ ਵਾਸਤੇ ਵੀ ਕਿਹਾ ਗਿਆ ਕਿ ਡਬਲ ਜੇ ਕੱਪੜੇ ਦਾ ਮਾਸਕ ਡਬਲ ਲਾਓ, N95 ਸਿੰਗਲ ਮਾਸਕ ਲਾ ਲਓ, ਦੂਰੀ ਬਣਾ ਕੇ ਰੱਖੋ। ਉਹ ਸਿਸਟਮ ਹੋ ਗਿਆ, 2 ਗਜ਼ ਦੂਰੀ ਰੱਖੋ ਖਾ ਕੇ ਜੀ। ਕੀਰਤ ਸਾਹਿਬ, ਤੁਹਾਨੂੰ ਯਾਦ ਹੋਊਗਾ ਕਿ ਸ਼ੁਰੂਆਤ ਦੇ ਵਿੱਚ ਜਦੋਂ COVID-19 ਦੇ ਲੱਛਣ ਦੱਸੇ ਜਾਂਦੇ ਸੀ, ਇਤਿਹਾਸ ਦੱਸਿਆ ਜਾਂਦਾ ਸੀ, ਸਤਿ ਸ੍ਰੀ ਅਕਾਲ, ਨਮਸਕਾਰ ਜੀ, ਸਾਡੇ ਭਾਰਤੀਆਂ ਦਾ ਮਸ਼ਹੂਰ ਹੋ ਗਿਆ ਵਰਲਡ ਵਾਈਡ ਜੀ ਨਮਸਕਾਰ। ਅਸੀਂ ਤਾਂ ਜੀ ਸਾਡੀ ਤਾਂ ਸੰਸਕ੍ਰਿਤੀ ਆ ਜੀ ਦੂਰੋਂ ਨਮਸਕਾਰ ਕਰਨਾ। ਭਾਰਤੀ ਮੀਡੀਆ ਬੜਾ ਇਸ ਨੂੰ ਵਧਾ ਚੜਾ ਕੇ ਵੀ ਪੇਸ਼ ਕਰਦਾ ਸੀ ਕਿ ਦੇਖੋ ਜੀ ਸਾਡੀ ਤਾਂ ਸ਼ੁਰੂਆਤ ਤੋਂ ਹੀ ਸਤਿ ਸ੍ਰੀ ਅਕਾਲ ਨਮਸਕਾਰ ਦੀ ਪਰੰਪਰਾ ਰਹੀ ਹੈ, ਔਰ ਸਾਡੇ ਤੇ ਵੱਡ ਵਡੇਰਿਆਂ ਨੇ ਬੜਾ ਕ੍ਰੈਡਿਟ ਬੜਾ ਛੇਤੀ ਲੈਂਦੇ ਹਾਂ ਅਸੀਂ, ਹੈ ਨਾ। ਜਿੱਥੇ ਆ ਗਈ ਛਿੱਕ ਮਾਰਨ ਵਾਲੀ ਗੱਲ, ਉੱਥੇ ਇੱਥੋਂ ਦੇ ਦੁਨੀਆ ਭਰ ਦੇ ਜਿਹੜੇ ਵਿਗਿਆਨੀ ਜਾਂ ਜਿਹੜੇ ਮੈਡੀਕਲ ਫੀਲਡ ਵਾਲੇ ਸਨ, ਉਹ ਆ ਕੇ ਦੱਸਿਆ ਕਰਦੇ ਸਨ, ਕੁਛ ਸਪੈਸ਼ਲ ਉਹਨਾਂ ਨੇ ਸਾਈਨ ਵੀ ਬਣਾਏ ਸਨ ਕਿ ਸਿੱਖਣਾ ਤੇ ਐਵੇਂ ਕਰਕੇ ਸਿੱਖਣਾ। ਤੁਸੀਂ ਸ਼ਾਇਦ ਯਾਦ ਹੋਊਗਾ ਕਿ ਮਤਲਬ ਤੁਸੀਂ ਠਾਹ ਨੂੰ ਕਰਨਾ ਹੈ ਕਿ ਤੁਹਾਡਾ ਜਿਹੜਾ ਇਹ ਮਤਲਬ ਕਹਿ ਲਓ ਕਿ ਛਿੱਕ ਜਿਹੜੀ ਹੈ ਦੂਰ ਤੱਕ ਨਾ ਜਾਵੇ, ਹੈ ਨਾ, ਡਿੱਗ ਨਾ ਡਿੱਗੇ, ਜੇ ਡਿੱਗੇ ਤੇ ਥੱਲੇ ਡਿੱਗੇ। ਪਲੱਸ ਇਹ ਤਾਂ ਪੈਰਾਂ ਨਾਲ ਵੀ ਕਹਿੰਦੇ ਆ ਜਾਂਦਾ ਜੀ ਅੰਦਰ, ਜੁੱਤੀ ਵੀ ਬਾਹਰ ਲੋਕ ਲਾ ਕੇ ਰੱਖਣ ਲੱਗ ਪਏ, ਵੀ ਇਹ ਮਰਦਾ ਹੀ ਨਹੀਂ ਆ, ਇਹ ਇੰਨੇ ਘੰਟੇ ਜਿੰਦਾ ਰਹਿੰਦਾ, ਇਹ ਸਟੀਲ ਤੇ ਇੰਨੇ ਘੰਟੇ ਜਿੰਦਾ ਰਹਿੰਦਾ, ਇਹ ਨੋਟ ਤੇ ਇੰਨੇ ਘੰਟੇ ਜਿੰਦਾ ਰਹਿੰਦਾ। ਅੱਜ ਉਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਉਸੇ ਤਰ੍ਹਾਂ ਨੇ, ਪਰ ਕਿਉਂ ਉਸੇ ਤਰ੍ਹਾਂ ਨੇ? ਸਾਨੂੰ ਗਲਵਜ਼ ਪਾਉਣ ਲਈ ਕਿਉਂ ਕਿਹਾ ਗਿਆ, ਮਾਸਕ ਪਾਉਣ ਲਈ ਕਿਉਂ ਕਿਹਾ ਗਿਆ, ਸੈਨੀਟਾਈਜ਼ਰ ਲਾਉਣ ਲਈ ਕਿਉਂ ਕਿਹਾ ਗਿਆ, ਸਾਨੂੰ ਡਿਸਟੈਂਸ ਰੱਖਣ ਵਾਸਤੇ ਕਿਉਂ ਕਿਹਾ ਗਿਆ, ਫਿਜ਼ੀਕਲ ਡਿਸਟੈਂਸ, ਸੋਸ਼ਲ ਗੈਦਰਿੰਗ ਤਾਂ ਅਸੀਂ ਮੈਣਾ ਮਾਰੂ ਵਾਲੀ ਸਥਿਤੀ ਹੈ। ਹਾਸੇ ਵਾਲੀ ਗੱਲ ਹੁੰਦੀ ਹੈ ਕਿਸੇ ਵੇਲੇ ਗੱਲ ਕਰੋ ਜੀ ਵਿਆਹ ਕੇ ਵੇਖ ਕੇ ਆਏ ਆ, ਬੋਲੇ ਬੜਾ ਵਧੀਆ, ਬਹੁਤ ਘੱਟ ਸੀ ਜਾਂ ਤੁਹਾਡੇ ਤਾਂ ਉੱਥੇ 50-60 ਬੰਦੇ ਲਾਉਡ ਆ। ਉਹ ਸਾਡੇ ਪਿੰਡ ਦੇ ਸਰਪੰਚ ਦੀ ਯਾਰੀ ਆ ਉਹਦੇ ਨਾਲ, ਉਹਨੇ ਕਹਿ ਦਿੱਤਾ ਸੀ ਥਾਣੇ। ਅੱਛਾ, ਥਾਣੇਦਾਰ ਨੂੰ ਸਰਪੰਚ ਨੇ ਕਹਿ ਦਿੱਤਾ ਵੀ ਇੱਧਰ ਆਪਣਾ ਵਿਆਹ ਹੋ ਰਿਹਾ, ਹੋਣਾ ਨਹੀਂ ਆ। ਮਹਾਤੜ ਦੇ ਘਰ ਜਾ ਕੇ ਤੁਸੀਂ ਜਿਹੜਾ ਹੈ ਜਦੋਂ ਮਰਜ਼ੀ ਰੇਡ ਕਰ ਲਓ, ਇੱਕ ਬੰਦਾ ਗੱਡੀ 'ਚ ਬੈਠਾ ਤੇ ਉਹ ਮਾਸਕ ਤੋਂ ਬਗੈਰ ਨਹੀਂ ਬਹਿ ਸਕਦਾ, ਹਸਬੈਂਡ ਵਾਈਫ ਗੱਡੀ ਦੇ ਵਿੱਚ ਮਾਸਕ ਤੋਂ ਬਗੈਰ ਨਹੀਂ ਬਹਿ ਸਕਦੇ। ਵਿਆਹ ਦੇ ਵਿੱਚ ਸਰਪੰਚ ਦਾ ਫੋਨ ਥਾਣੇਦਾਰ ਨੂੰ ਚੱਲ ਗਿਆ ਤੇ ਉੱਥੇ ਤੁਹਾਡਾ 400 500 700 800 ਵੀ ਬੰਦਾ ਇਕੱਠਾ ਹੋ ਜਾਏ ਤੇ ਕੋਈ ਗੱਲ ਨਹੀਂ। ਹਾਂਜੀ, ਸਰਪੰਚ ਤੇ ਥਾਣੇਦਾਰ ਦੇ ਕੋਲੋਂ ਇੰਨਾ ਕਰੋਨਾ ਡਰਦਾ ਕਿ ਪਹਿਲਾਂ ਤੁਸੀਂ ਨਾ ਮਾਸਕ ਪਹਿਨਿਆ, ਨਾ ਵਿਆਹ ਸ਼ਾਦੀਆਂ ਲਈ ਕਰਦੇ ਰਹੇ, ਹੁਣ ਤੁਸੀਂ ਵੈਕਸੀਨ ਪਕਾਰਦੇ ਹੋ। ਮੁੰਬਈ ਹਾਈ ਕੋਰਟ ਨੇ ਭਾਈ ਪੇਸ਼ੈਂਟ ਜਾਰੀ ਕਰਤੀ ਹੈ ਚਾਵਲਾ। ਬਿਲਕੁਲ ਇੱਥੇ ਤਾਂ ਇਹੋ ਜਿਹੇ ਨੇ ਜਿਹੜੇ ਅਸਲੀ ਥਾਣੇ ਇੰਚਾਰਜਾਂ ਨੇ ਆਪਣੀਆਂ ਫੀਤੀਆਂ ਵਧਾਉਣ ਵਾਸਤੇ ਮਾਵਾਂ ਦੇ ਪੁੱਤਾਂ ਨੂੰ ਝੂਠੇ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ। ਉਹ ਬੰਡਾਲਾ ਵਾਲਾ ਕੇਸ ਯਾਦ ਹੋਣਾ, ਉੱਤੇ ਪਤਾ ਨਹੀਂ ਕਿਹੜਾ ਮਾਂ ਦਾ ਪੁੱਤ ਮਾਰ ਕੇ ਨਾਮ ਵੀ ਲੈ ਲਿਆ, ਫੀਤੀਆਂ ਵੀ ਵਧਾ ਲਈਆਂ, ਤੇ ਉਹ ਹਾਜ਼ਰ ਹੋ ਗਿਆ, ਕਹਿੰਦਾ ਮੈਂ ਤਾਂ ਜੀਂਦਾ। ਵੇਖੋ ਉਸ ਵਕਤ ਸਾਡਾ ਅੱਜ ਜਿਹੜਾ ਮਗਰਮੱਛ ਦਾ ਹੰਝੂ ਵਹਾਉਣ ਵਾਲਾ ਮੀਡੀਆ ਨਾ, ਉਸ ਵਕਤ ਉਹਨਾਂ ਨਾਲ ਬਹਿ ਕੇ ਤੇ ਇਹ ਜਸ਼ਨ ਮਨਾਇਆ ਕਰਦੇ ਸਨ। ਮੈਂ ਨਹੀਂ ਕਹਿੰਦਾ ਅਖਬਾਰਾਂ ਕਹਿੰਦੇ, ਇਹ ਉਹਨਾਂ ਦੇ ਜਿਗਰੀ ਯਾਰਾਂ ਦੇ ਵਿੱਚੋਂ ਹੁੰਦੇ ਸਨ ਜਦੋਂ ਮਾਵਾਂ ਦੇ ਪੁੱਤ ਮਾਰਦੇ ਸਨ। ਅੱਜ ਮਗਰਮੱਛ ਦੇ ਹੰਝੂ ਵਹਿ ਰਹੇ ਨੇ। ਜਗਰਾਉਂ ਦੀ ਦਰਦਨਾਕ ਕਹਾਣੀ 2004 ਕਿਵੇਂ ਤਸ਼ੱਦਦ ਕੀਤਾ ਨਕਲੀ ਥਾਣਾ ਇੰਚਾਰਜ ਨੇ, ਕੀ ਕਹਿਣਾ ਚਾਹੋਗੇ? ਗੁਰਿੰਦਰ ਸਿੰਘ ਸੀਗਾ ਆਪਣੇ ਨਕਲੀ ਥਾਣਾ ਇੰਚਾਰਜ ਤਾਂ ਕਰੋ, ਉਹ ਥਾਣੇਦਾਰ ਤਾਂ ਹੈਗਾ ਸੀ, ਪਰ ਸਬ ਇੰਸਪੈਕਟਰ ਆਪਣੇ ਨੂੰ ਕਹਾਉਂਦਾ ਸੀਗਾ। ਤੇ ਪਰ ਉਹ
ASI ਦੀ ਇੱਕ ਧਾਰਾ ਸੀਗੀ ਉਸ ਵੇਲੇ ਜਦੋਂ ਖਾੜਕੂਵਾਦ ਆਇਆ ਚੌੜਾ ਤਾਂ ਉਹਦੇ ਜਿਹੜੇ ਨਾ ਕੁਛ ਹੌਲਦਾਰਾਂ ਨੂੰ ASI ਇੱਕ ID ਦੀ ਤਾਕਤ ਹੁੰਦੀ ਸੀਗੀ, ਕਿਸੇ ਬੰਦੇ ਨੂੰ ਰੈਂਕ ਵਧਾ ਦੇਣਾ, ਤਨਖਾਹ ਤਾਂ ਉਹਦੀ ਉਨੀ ਹੁੰਦੀ ਸੀਗੀ ਤੇ ਪਰ ਉਹ ਰੈਂਕ ਫਿੱਕੀ ਲਾ ਲੈਂਦਾ ਸੀ ਆਪਣੇ ਕੰਧੇ ਦੇ ਉੱਪਰ, ਤੇ ਉਹ ਹੌਲਦਾਰ ਨੂੰ ASI ਬਣਾ ਸਕਦਾ ਸੀਗਾ ਤੇ ASI ਨੂੰ ਸਬ ਇੰਸਪੈਕਟਰ ਬਣਾ ਸਕਦਾ ਸੀਗਾ, ਤੇ ਇਸ ਨੂੰ ਉਸੇ ਤਹਿਤ ਹੌਲਦਾਰ ਨੂੰ ASI ਬਣਾਇਆ ਗਿਆ ਸੀ। ਤੇ ਥਾਣਾ ਬਣਿਆ 2011 ਵਿੱਚ, ਜਗਰਾਉਂ ਦਾ ਸਿਟੀ ਥਾਣਾ 2011 ਵਿੱਚ ਹੋਂਦ ਵਿੱਚ ਆਇਆ, ਪਰ ਉਸ ਵੇਲੇ 2004 ਵਿੱਚ ਹੀ ਇਹ ਥਾਣੇ ਦਾ ਇੰਚਾਰਜ ਆਪਣੇ ਨੂੰ ਕਹਾਉਣ ਲੱਗ ਪਿਆ ਸੀ। ਤੇ ਉਹ ਹਾਂ ਉਸ ਵੇਲੇ ਕਹਿੰਦਾ ਮੈਂ ਥਾਣੇ ਦਾ ਇੰਚਾਰਜ ਲਾ ਗਿਆ। ਉਹ ਜੋ ਆ ਕੇ ਤਹਿਤ ਗੁਰਿੰਦਰਪਾਲ ਉਹਨੇ ਇਕਬਾਲ ਸਿੰਘ ਨੇ ਕਢਾਇਆ ਸਾਰਾ ਕੁਛ ਹੀ, ਤਾਂ ਪਤਾ ਲੱਗਿਆ ਕਿ ਤਾਂ ਕੋਈ ਹੋਰ ਸਿਸਟਮ ਹੀ ਕੋਈ ਹੋਰ ਨਿਕਲਿਆ, ਤਾਂ ਉਹ ਤਾਂ ਹੌਲਦਾਰ ਸੀਗਾ। ਹੌਲਦਾਰ ਨੇ ਆਪਣੇ ਆਪ ਨੂੰ ਸਬ ਇੰਸਪੈਕਟਰ ਲਿਖਾਇਆ, ਸਿੱਕੀ ਲਾਈ ਹੋਈ ਆ, ਤੇ ਉਹ ਇੱਕ ਕੁੜੀ ਦੀ ਖੁਦਕੁਸ਼ੀ ਹੋਈ ਸੀਗੀ ਉਹਨਾਂ ਦੇ ਨਾਲ, ਤੇ ਖੁਦਕੁਸ਼ੀ ਤਹਿਤ ਇਹ ਗੁਰਿੰਦਰ ਕਹਿੰਦਾ ਉਹਨਾਂ ਨੂੰ ਇਕਬਾਲ ਸਿੰਘ ਨੂੰ ਜਾ ਕੇ ਵੀ ਖੁਦਕੁਸ਼ੀ ਵੀ ਤੇਰੇ ਖਿਲਾਫ ਮੈਂ ਕਤਲ ਪਾਉਂਗਾ, ਤੇਰੇ ਪਰਿਵਾਰ ਦੇ ਖਿਲਾਫ। ਉਹ ਕਹਿੰਦਾ ਵੀ ਕਤਲ ਕਿਵੇਂ ਪਾ ਦੇਗਾ ਮੇਰੇ ਖਿਲਾਫ, ਤੈਨੂੰ ਹੈ ਹੀ ਖੁਦਕੁਸ਼ੀ ਹੈ। ਕਹਿੰਦਾ ਮੈਂ ਨਹੀਂ ਦੇਖ ਤੇਰੇ ਪੌਣਾ ਦਿੱਤਾ, ਨਹੀਂ ਤਾਂ ਦੇ ਇੰਨੇ ਪੈਸੇ ਤੇ ਪੈਸੇ ਨਹੀਂ ਦਿੱਤੇ ਆਪਾਂ ਨੇ, ਤੇ ਫਿਰ ਪੈਸੇ ਪਰ ਦਿੱਤੇ ਨਹੀਂ ਆਪਾਂ ਨੇ। ਮੈਨੂੰ ਚੱਕ ਕੇ ਇਹਨਾਂ ਨੇ ਅੰਦਰ ਕਰਤਾ ਤੇ ਮੈਂ 3 ਮਹੀਨੇ ਜੇਲ੍ਹ ਚ ਰਿਹਾ। ਜੇਲ੍ਹ ਵਿੱਚ ਮੈਂ ਜਦੋਂ ਬਾਹਰ ਆਇਆ ਤੇ ਉਸ ਤੋਂ ਮੇਰੇ ਜੇਲ੍ਹ ਜਾਣ ਤੋਂ ਬਾਅਦ ਮੇਰੀ ਮਾਂ, ਮੇਰੀ ਇੱਕ ਕੁੜੀ, ਮੇਰੀ ਭੈਣ ਸੀ ਇੱਕ ਛੋਟੀ 14-15 ਸਾਲ ਦੀ, ਉਹਨੂੰ ਚੱਕ ਲਿਆ ਗਿਆ ਤੇ ਉਸ ਭੈਣ ਨੂੰ ਤੇ ਮੇਰੀ ਮਾਂ ਨੂੰ ਬਹੁਤ ਜ਼ਿਆਦਾ ਬੁਰੀ ਤਰ੍ਹਾਂ ਕੁੱਟਿਆ। ਭੈਣ ਦੇ ਇੰਨੇ ਕਰੰਟ ਲਾਏ, ਉਹ ਦਿਖਾਇਆ ਵੀਡੀਓ ਵਿੱਚ ਆਉਂਦਾ ਸਭ, ਤੇ ਉਹ ਭੈਣ ਕਿੱਦਾਂ ਹਸਪਤਾਲ ਚ ਅੱਜ ਵੀ ਰੁਕੀ ਹੋਈ ਆ, ਉਹ ਬੁਰੀ ਹਾਲਾਤ ਅੱਜ ਵੀ ਉਹ ਮਾੜੀ ਆ, ਪੈਰ ਗਲੇ ਪਏ ਨੇ, ਉਹਦਾ ਚਿਹਰਾ ਦਾ ਬੁਰਾ ਹਾਲ ਆ, ਬਹੁਤ ਵਿਚਾਰੀ ਇੱਕ ਤਰ੍ਹਾਂ ਦੀ ਉਮਰ ਖਾਸੀ ਹੋ ਗਈ ਆ, ਪਰ ਹਸਪੀਟਲ ਦੇ ਵਿੱਚ ਵੀ ਜੇਰੇ ਲਾ ਜਾਓ, ਘਰੇ ਕਹਿੰਦੇ ਘਰੇ ਪਾਲਣੇ ਹਸਪੀਟਲ ਪਾ ਦਿੰਦੇ ਆ। ਉਸ ਕੁੜੀ ਨੂੰ ਕਰੰਟ ਲਾ ਕੇ ਉਸ ਥਾਣੇਦਾਰ ਨੇ ਇੰਨਾ ਬੁਰੀ ਤਰ੍ਹਾਂ ਟਾਰਚਰ ਕੀਤਾ ਉਸ ਕੁੜੀ ਨੂੰ, ਉਹਦੀ ਮਾਂ ਨੂੰ, ਕਿ ਉਹ ਕੁੜੀ ਬੇਕਾਰ ਨਕਾਰਾ ਹੋ ਚੁੱਕੀ ਆ। ਉਹ ਕਹਿੰਦਾ ਵੀ ਅਸੀਂ ਵਾਰ-ਵਾਰ ਬਹੁਤ ਥਾਵਾਂ ਤੇ ਜਾ ਚੁੱਕੇ ਹਾਂ। SSP ਕਹਿੰਦਾ ਵੀ ਮੈਨੂੰ ਕੋਈ ਪਤਾ ਨਹੀਂ, ਪਿਛਲੇ SSP ਨੂੰ ਪਤਾ ਹੈਗਾ। IG ਨੂੰ ਪੁੱਛਿਆ, ਉਹ ਕਹਿੰਦਾ ਮੈਨੂੰ ਕੋਈ ਪਤਾ ਨਹੀਂ। ਫਿਰ ਮੈਂ ਹਾਈ ਕੋਰਟ 'ਚ ਗਿਆ, ਹਾਈ ਕੋਰਟ ਦੇ ਵਿੱਚ ਵੀ ਪੱਖ ਨਹੀਂ ਪੇਸ਼ ਕਰ ਸਕੇ ਆਪਣਾ, ਤੇ ਉੱਥੇ ਵੀ ਕੋਈ ਸਪਸ਼ਟ ਨਹੀਂ ਕਰ ਸਕੇ ਗੱਲ। ਉਹ ਕਹਿੰਦਾ ਮੈਂ ਇੰਨਾ ਦੁਖੀ ਆ, ਫੈਡਾ ਹੋਇਆ ਪਿਆ ਵੀ ਮੈਂ ਇਸ ਬੰਦੇ ਦੇ ਖਿਲਾਫ ਕਾਰਵਾਈ ਕਰਾਉਣਾ ਚਾਹੁੰਦਾ, ਪਰ ਸਰਕਾਰ ਮੇਰੀ ਬਾਂਹ ਨਹੀਂ ਫੜਦੀ। ਚਲੋ ਹੁਣ ਇੱਕ ਦਿਨ ਮੈਂ ਗੱਲ ਦੱਸਾਂ ਜਿਹੜੀ ਕਿ ਆਮ ਤੌਰ ਤੇ ਗੱਲ ਆਮ ਤੁਹਾਡੇ ਵਰਗੇ ਜਰਨਲਿਸਟਾਂ ਨੂੰ ਪਤਾ ਹੈਗੀ ਹੈ, ਜਿਹੜੇ ਪੁਰਾਣੇ ਜਰਨਲਿਸਟ ਹੈਗੇ ਉਹਨੂੰ ਪਤਾ ਗੱਲ ਦੇ। ਜਦੋਂ ਖੁੱਲੇ ਭੇਡ ਦੀ ਕਹਿੰਦੀ ਹੈ ਗੱਲ, ਮਲੋਹੇਦਰ ਦੀ ਕਿਤਾਬ ਦੀ ਕਹਿੰਦੀ ਹੈ ਗੱਲ ਇਹ, ਜਦੋਂ ਨਾ ਖਾੜਕੂਵਾਦ ਸੀਗਾ ਉਦੋਂ ਏਜੰਸੀਆਂ ਵੱਲੋਂ ਕੁਝ ਗੁਰਗੇ ਤਿਆਰ ਕੀਤੇ ਗਏ ਸੀ ਪੰਜਾਬ ਦੇ ਵਿੱਚ, ਆਪਣੇ ਜੋ ਪੁਲਿਸ ਵਿੱਚ ਵੀ ਸੀਗੇ, ਟੌਟ ਵੀ ਸੀਗੇ, ਤੇ ਉਹਨਾਂ ਗੁਰਗਿਆਂ ਅੱਜ ਉਹਨਾਂ ਦੇ ਖਿਲਾਫ ਕੇਸ ਵੀ ਚੱਲ ਰਹੇ ਆ, ਅੱਜ ਉਹਨਾਂ ਦੇ ਖਿਲਾਫ ਕਾਰਵਾਈਆਂ ਵੀ ਹੋਣ ਦੇ ਅਦਾਲਤ ਵਿੱਚ ਚੱਲ ਰਹੀ ਆ। ਉਹਨਾਂ ਗੁਰਗਿਆਂ ਨੂੰ ਬਚਾਉਣ ਵਾਸਤੇ ਏਜੰਸੀਆਂ ਕੀ ਕੰਮ ਕਰਦੀਆਂ ਨੇ, ਤਬਾਹੀ ਦੀ ਗੱਲ ਆ। ਜਿੱਦਾਂ ਕਿ ਸੁਮੇਸ਼ ਸੈਣੀ ਨੂੰ ਬਚਾਇਆ ਜਾ ਰਿਹਾ, ਉਹ ਵੀ ਉਹ ਏਜੰਸੀਆਂ ਦੇ ਨਾਲ ਬਚਾਇਆ ਜਾ ਰਿਹਾ। ਤੁਸੀਂ ਹੈਰਾਨ ਹੋਵੋਗੇ ਤੁਸੀਂ, ਜਿਹੜਾ ਬੇਅਦਬੀ ਕਾਂਡ ਚੱਲ ਰਿਹਾ, ਰੱਦ ਹੁੰਦੀ ਹੈ, ਸਾਰਾ ਕੁਛ ਉੱਪਰੋਂ ਹੋ ਰਿਹਾ, ਲੱਗਦਾ ਆਪਾਂ ਨੂੰ ਪੰਜਾਬ ਸਰਕਾਰ ਕਰ ਰਹੀ ਹੈ। ਜੋ ਜਿਵੇਂ ਕਿ ਜੋ ਸਾਹਮਣੇ ਸਾਡੇ ਜੋ ਤੱਥ ਸਾਹਮਣੇ ਆ ਰਹੇ ਨੇ, ਲੱਗਦਾ ਵੀ ਇਹ ਤਾਂ ਐਂ ਹੋ ਰਿਹਾ ਏਦਾਂ ਹੀ, ਪਰ ਨਹੀਂ, ਇਹਦੇ ਪਿੱਛੇ ਕੁਝ ਹੋਰ ਆ ਉੱਪਰਲੇ ਪਾਸੇ, ਸਰਕਾਰ ਕੋਈ ਹੋਰ ਚਲਾ ਰਿਹਾ। ਇਹ ਤਾਂ ਜਿਹੜੇ ਬੈਠੇ ਸਾਹਮਣੇ ਬੈਠੇ ਨੇ, ਪੰਜਾਬ ਦਾ ਬਾਰਡਰ ਸ਼ੇਡ ਹੋਣ ਕਰਕੇ ਪੰਜਾਬ ਨੂੰ ਇਹਨਾਂ ਨੇ ਗੁਲਾਮ ਬਣਾ ਰੱਖਿਆ ਏਜੰਸੀਆਂ ਵੱਲੋਂ। ਇਹਦਾ ਮਤਲਬ ਤਾਂ ਇਹ ਹੋਇਆ ਵੀ ਕੋਈ ਵੀ ਇਹਦਾ ਮਤਲਬ ਵਾ ਕੇ ਤੁਸੀਂ ਜਿਹੜੀ ਗੱਲ ਕਹਿ ਕੇ ਹਟਿਓ, ਜੇ ਮੈਂ ਇਹਨੂੰ ਹੋਰ ਥੋੜਾ ਜਿਹਾ ਖਿੱਚ ਲਵਾਂ ਜਾਂ ਗਾਂਹ ਤੋਰਾਂ, ਕਿ ਮੁੱਖ ਮੰਤਰੀ ਕੋਈ ਵੀ ਆ ਜੇ ਪੰਜਾਬ ਦਾ, ਫਿਰ ਚੱਲਣੀ ਤਾਂ ਫਿਰ ਉਹਨਾਂ ਦੀ ਜਿਨ੍ਹਾਂ ਦੀ ਤੁਸੀਂ ਕਹਿ ਰਹੇ ਹੋ ਕਿ ਉਹੀ ਕੁਝ ਹੋਊ, ਫਿਰ ਉਹੀ ਕੁਝ ਹੋਊਗਾ। ਸਬਜ਼ ਬਾਗ ਵਿਖਾ ਕੇ ਚਾਹੇ ਕੋਈ ਵੀ ਆ ਜਾਵੇ, ਦੁੱਧ ਧੋਤਾ ਸਾਬਤ ਕਰਕੇ ਆਪਣੇ ਆਪ ਨੂੰ, ਚਾਹੇ ਆ ਨਵਾਂ ਇੱਕ ਅਕਾਲੀ ਦਲ ਜਿਹੜਾ ਹੋਂਦ ਵਿੱਚ ਆਇਆ ਉਹਦੇ ਸਰਬਰਾਹ ਬਣੇ ਨੇ, ਢੀਂਡਸਾ ਸਾਹਿਬ ਪ੍ਰਧਾਨ ਬਣੇ ਨੇ, ਆਈ ਥਿੰਕ ਸੋ, ਜਿਹੜੇ ਸਾਡੇ ਜਰਨੈਲ ਬ੍ਰਹਮਪੁਰਾ ਸਾਹਿਬ, ਜਾਂ ਸਿੱਧੂ ਟੋਲਾ ਜਿਹੜਾ ਕਿ ਕਾਮਯਾਬ ਹੋ ਜਾਂਦਾ, ਅੱਜ ਜੋ ਵੱਡੀਆਂ ਵੱਡੀਆਂ ਉਹ ਦਲੀਲਾਂ ਦੇ ਰਿਹਾ, ਵੱਡੇ ਵੱਡੇ ਜਿਹੜੇ ਬਿਆਨ ਦਾ ਕੇ ਜਾ ਰਹੇ ਨੇ। ਜੇ ਆਮ ਆਦਮੀ ਪਾਰਟੀ ਦਾ ਆਪਾਂ ਦੇਖ ਲਿਆ, ਜੋ ਦਿੱਲੀ ਦੇ ਵਿੱਚ ਉਹਨੇ ਕੀਤਾ ਹੈ ਉਹ ਦੇਖ ਲਿਆ ਆਪਾਂ, ਉਹਦਾ ਜੋ ਰਵੱਈਆ ਹੈ ਉਹ ਦੇਖ ਲਿਆ, ਜਿਸ ਤਰੀਕੇ ਦੇ ਨਾਲ ਆਪਾਂ ਐਨਾਲਿਸਿਸ ਕਰ ਸਕਦੇ ਹਾਂ। ਹਾਂ, ਆਮ ਆਦਮੀ ਪਾਰਟੀ ਦੇ ਭਗਤ ਨੇ, ਕਿਸੇ ਨੇ ਸਿੰਘ ਫਸਾਉਣਾ ਹੋਵੇ ਤਾਂ ਗੱਲ ਵੱਖਰੀ ਆ, ਫਸਾ ਵੀ ਸਕਦੇ ਨੇ ਕੋਈ ਆਪਣਾ ਤਰਕ ਦੇ ਕੇ। ਤੇ ਅੱਜ ਤੱਕ ਦੇ 100 ਦੇ ਵਿੱਚੋਂ ਤੁਸੀਂ ਕਿੰਨੇ ਨੰਬਰ ਦਿੰਦੇ ਆ? ਉਹ 100% ਦੇਣਗੇ। ਜਿਵੇਂ ਕਾਂਗਰਸ ਨੂੰ ਕਹਿੰਦੇ ਨੇ ਕਿ ਬੜਾ ਵਧੀਆ ਸਾਡਾ ਮੁੱਖ ਮੰਤਰੀ ਕੰਮ ਹੀ ਬੜਾ ਵਧੀਆ ਕਰ ਰਿਹਾ, ਭਾਜਪਾ ਵਾਲੇ ਕਹਿ ਰਹੇ ਨੇ ਕਿ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਉਹਦੇ ਵਰਗਾ ਤਾਂ ਪ੍ਰਧਾਨ ਮੰਤਰੀ ਕੋਈ ਦੁਨੀਆ ਤੇ ਹੈ ਹੀ ਨਹੀਂ। ਅਕਾਲੀ ਕਹਿ ਰਹੇ ਨੇ ਕਿ ਜੋ ਅਸੀਂ ਰਾਜ ਦਿੱਤਾ ਉਹਦੇ ਵਰਗਾ ਤਾਂ ਰਾਜ ਹੀ ਕੋਈ ਨਹੀਂ ਦੇ ਸਕਿਆ, ਅਸੀਂ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਵਰਗਾ ਰਾਜ ਦਿੱਤਾ।
ਪਖੰਡ ਆ ਚਾਵਲਾ ਸਾਹਿਬ। ਇਹ ਜਿਹੜਾ ਮਨੋਜ ਦਾ ਵੀ ਤੁਸੀਂ ਕਿਤਾਬ ਸਾਰੀ ਪੜ੍ਹੀ ਆ, ਤੁਹਾਨੂੰ ਤਾਂ ਪਤਾ ਮੈਂ ਆਪ ਦਾ ਤੁਸੀਂ ਕੱਲਾ ਵਰਤਾ 2 ਵਾਰੀ ਕਿਤਾਬ ਪੜ੍ਹੀ ਆ, ਉਹਦੇ ਪੰਨੇ ਮਰੋੜ ਕੇ ਰੱਖੇ ਆ ਸਿੰਘ ਵਸਾਉਣ ਵਾਲਿਆਂ ਨੂੰ। ਕਿਤਾਬ ਸਪੈਸ਼ਲ ਲਿਆ ਕੇ ਵੀ ਦਿੱਤੀ ਹੈ, ਪੰਜਾਬੀ 'ਚ ਵੀ ਇੰਗਲਿਸ਼ ਵੀ ਪੜ੍ਹ ਲਓ। ਹਾਂ, ਮੁੜ ਕੇ ਕਈਆਂ ਦੇ ਫੋਨ ਆ ਜਾਂਦੇ ਵੀ ਯੂ ਆਰ ਰਾਈਟ ਮਿਸਟਰ, ਉਹ ਅਪਰੀਸ਼ੀਏਟ ਵੀ ਕਰਦੇ ਨੇ। ਯਾਰ ਤੂੰ ਗੱਲ ਕਹੀ ਠੀਕ ਆ। ਆਪਣੀ ਇਸ ਮੰਚ ਦੇ ਵਿੱਚ ਮੈਂ ਕਹਿੰਦਾ ਨਾ ਕਿ ਜਿੰਨਾ ਜੇ ਕੋਈ ਕਵੇ ਨਾ ਭਾਜਪਾ ਵਾਲਾ ਜਾਂ ਭਾਜਪਾ ਕਾਰਕੁਨ ਵਰਕਰ ਕਿ ਅਸੀਂ ਦੇਸ਼ ਭਗਤ ਹਾਂ, ਅਸੀਂ ਉਹਦੇ ਨਾਲੋਂ ਜ਼ਿਆਦਾ ਦੇਸ਼ ਭਗਤ ਹਾਂ। ਵਿਖਾਵਾ ਨਹੀਂ ਕਰਦੇ। ਕਿਉਂ? ਕਿਉਂਕਿ ਅਸੀਂ ਸਮਾਜ ਦੇ ਵਿੱਚ ਉਹਨਾਂ ਲੋਕਾਂ ਨੂੰ ਨੰਗਿਆਂ ਕਰਦੇ ਹਾਂ ਜੋ ਕਿਸੇ ਵੀ ਤਰੀਕੇ ਦੇ ਨਾਲ ਸਰਕਾਰ ਚਲਾ ਰਿਹਾ ਅਤੇ ਸਿਸਟਮ ਦੀ ਦੁਰਵਰਤੋਂ ਕਰ ਰਿਹਾ। ਅਸੀਂ ਯੁਰਤ ਰੱਖਦੇ ਹਾਂ ਉਹਨਾਂ ਨਾਲ ਪੰਗਾ ਲੈਣ ਦੀ ਗੱਲ ਕਰਨੀ। ਦੇਸ਼ ਭਗਤੀ ਇਹ ਹੈ, ਦੇਸ਼ ਭਗਤੀ ਹੱਥ 'ਚ ਤਿਰੰਗਾ ਫੜ ਕੇ ਤੇ ਮੁੱਖ ਮੈਂ ਬਗਲ ਮੂੰਹ ਮੈਂ ਬਗਲ ਰਾਮ ਮੈਂ ਛੁਰੀ ਬਗਲ ਮੈਂ ਛੁਰੀ, ਉਹ ਨਹੀਂ ਰੱਖਦੇ ਅਸੀਂ, ਵਿਖਾਵੇ ਦੇ ਨਹੀਂ। ਕੈਪਟਨ ਸਰਕਾਰ 2002 ਚ ਬਣੀ ਆ, ਉਸ ਟਾਈਮ ਉਹਨਾਂ ਨੇ ਕਾਰਵਾਈ ਕੀਤੀ ਆ ਬਾਦਲ ਦੇ ਖਿਲਾਫ। ਕਿੰਨਾ ਗੁੱਸਾ ਹੋਇਆ ਏਜੰਸੀਆਂ ਨੇ, ਕਿੰਨਾ ਗੁੱਸਾ ਕੀਤਾ, ਕਿੰਨਾ ਗੁੱਸਾ ਕੱਢਿਆ ਉਸ ਵੇਲੇ। ਕੈਪਟਨ ਨੇ ਤਾਂ ਆਪਣੇ ਤੇ ਕਾਰਵਾਈ ਕਰ ਰਿਹਾ ਸੀਗਾ, ਉਹ ਥੋੜਾ ਜਿਹਾ ਬਾਕੀ ਹੋ ਗਿਆ। ਜਦੋਂ ਉਹਨੂੰ ਪਤਾ ਲੱਗਿਆ ਵੀ ਕਾਰਨ ਹੀ ਤੇ ਹੋ ਰਿਹਾ ਸਟੇਟ ਦੇ ਵਿੱਚ, ਸੂਬੇ ਦੇ ਵਿੱਚ ਕਾਰਨ ਹੀ ਤੇ ਹੋ ਰਿਹਾ। ਹੁਣ ਕੈਪਟਨ ਦੀ ਜ਼ਰੂਰਤ ਹੈ ਕੋਈ ਕਿ ਏਜੰਸੀਆਂ ਦੇ ਉੱਪਰ ਚੱਲ ਜਾਵੇ। ਬਾਦਲਾਂ ਦੇ ਖਿਲਾਫ ਕਾਰਵਾਈ ਨਹੀਂ ਹੋ ਸਕਦੀ ਕਦੇ ਵੀ। ਜਿਨ੍ਹਾਂ ਬੰਦਿਆਂ ਨੇ ਏਜੰਸੀਆਂ ਦੇ ਪ੍ਰਤੀ ਇੰਨਾ ਕੰਮ ਕੀਤਾ ਹੋਵੇ, ਜਿਨ੍ਹਾਂ ਬੰਦਿਆਂ ਨੇ ਐਡੇ ਬੜੇ ਪੰਜਾਬ ਦੇ ਤੁਸੀਂ ਰਿਕਾਰਡ ਪੜ੍ਹ ਲਓ ਤੇ ਉਹ ਇਹ ਵੀ ਇੱਕ ਸਰਚ ਆ ਕੇ ਮੈਂ ਕਰ ਰਿਹਾ ਵੱਖੋ ਵੱਖਰੇ ਤਰੀਕੇ ਨਾਲ ਨਾ, ਵੀ ਕੀ ਬਾਦਲ ਨੇ ਕਦੋਂ ਕੀ ਕੀਤਾ, ਟੋੜਾ ਸਾਹਿਬ ਨੇ ਕਦੋਂ ਕੀ ਕੀਤਾ, ਲੌਂਗੋਵਾਲ ਸਾਹਿਬ ਦਾ ਕੀ, ਉਹ ਸਾਰੇ ਕਾਗਜ਼ ਪਏ ਨੇ। ਉਹਨਾਂ ਕਾਗਜ਼ਾਂ ਨੂੰ ਐਂਡ ਤੱਕ ਲਿਆਓ, ਹੁਣ ਤੱਕ ਆਪਾਂ ਕਿੱਦਾਂ ਦੀ ਗੱਲ ਹੈਗੀ ਆ, ਉਹ ਰੈਫਰੈਂਸ ਪਏ ਨੇ ਬਹੁਤ ਜ਼ਿਆਦਾ। ਉਹਨੂੰ ਪਤਾ ਲੱਗ ਜਾਏਗਾ ਵੀ ਕੀ ਹਾਲਾਤ ਨੇ। ਹੁਣ ਆਮ ਆਦਮੀ ਪਾਰਟੀ ਸਰਕਾਰ ਬਣ ਲੱਗੀ ਸੀ ਪੰਜਾਬ ਦੇ ਵਿੱਚ, ਬਣ ਜਾਣੀ ਸਰਕਾਰ ਪੱਕਾ ਬਣੇ ਸੀ। ਲਾਸਟ 15 ਦੇ ਵਿੱਚ ਕੰਮ ਖਰਾਬ ਕੀਤਾ ਸਾਰਾ। ਉਹ ਐ ਥੋੜਾ ਵੀ ਸੌਖਾ ਜਿਹਾ ਹੋ ਗਿਆ, ਇਹ ਸਾਰਾ ਕੁਝ ਉੱਪਰੋਂ ਹੋਇਆ। ਸੁਖਬੀਰ ਨੇ ਕਹਿ ਵੀ ਦਿੱਤਾ ਸਭ ਤੋਂ ਉੱਪਰੋਂ ਹੋਇਆ ਸੀਗਾ ਜੀ ਵੀ ਤੁਸੀਂ ਵੋਟਾਂ ਕਾਂਗਰਸ ਨੂੰ ਪਵਾ ਦਿਓ। ਸੁਖਬੀਰ ਨੇ ਗੱਲ ਕਹੀ ਵੀ ਹੈ ਨਾ, ਸਭ ਤੋਂ ਉੱਪਰੋਂ ਆਰਡਰ ਹੋਇਆ ਸੀਗਾ ਕਿ ਵੋਟਾਂ ਕਾਂਗਰਸ ਨੂੰ ਪਵਾ ਦਿਓ, ਸਰਕਾਰ ਬਣੀ ਕਾਂਗਰਸ। ਚਲੋ ਯਾਰ ਕੀ ਤੁਹਾਡੀ ਟਰਨ ਨਹੀਂ ਗੀ, ਅਗਲੀ ਉਹਨਾਂ ਦੀ ਟਰਨ ਆ, ਉੱਤਰ ਕਾਟੋ ਮੈਚ ਨਾ, ਅਗਲੀ ਵਾਰੀ ਤੁਸੀਂ ਬਣ ਜਿਓ। 35,000 ਕਰੋੜ ਕਿੱਥੇ ਗਿਆ? ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਬੜਾ ਧਨ ਫੰਡ ਪਹੁੰਚ ਰਿਹਾ ਹੈ ਔਰ ਰਾਹਤ ਸਮੱਗਰੀ ਪਹੁੰਚ ਰਹੀ ਹੈ। ਸਾਡੇ ਕੈਨੇਡਾ ਦੇ ਵਿੱਚੋਂ ਹੁਣੇ ਹੀ ਮੀਨਾ ਤਾਂਗੜੀ ਹੁਣਾਂ ਦੀ ਖਬਰ ਸੁਣਾ ਕੇ ਓਨਟਾਰੀਓ ਸਰਕਾਰ ਨੇ ਭੇਜ ਵੀ ਰਹੀਆਂ ਨੇ ਸਰਕਾਰਾਂ ਹੋਰ ਦੇਸ਼ਾਂ ਦੇ ਵਿੱਚੋਂ, ਅਮਰੀਕਾ ਤੋਂ, ਵੱਖ-ਵੱਖ ਦੇਸ਼ਾਂ ਦੇ ਵਿੱਚੋਂ, ਇਟਲੀ, ਫਰਾਂਸ, ਜਰਮਨ, ਵਾਟ ਐਵਰ, ਜੋ ਵੀ ਜਿੰਨਾ ਵੀ ਕਿਸੇ ਨਾਲ ਰਿਲੇਸ਼ਨ ਹੈਗਾ ਭਾਰਤ ਦਾ, ਜਿਨ੍ਹਾਂ ਦੀ ਭਾਰਤ ਨੇ ਮਦਦ ਕੀਤੀ ਸੀ, ਉਹ ਭੇਜ ਰਿਹਾ। 35,000 ਕਰੋੜ ਕਿੱਥੇ ਗਿਆ? ਜਦ ਤੱਕ ਨੰਬਰ ਬਣ ਰਹੇ ਸੀ ਤਾਂ ਕੰਟਰੋਲ ਕੇਂਦਰ ਦੇ ਕੋਲ ਸੀ। ਮੈਂ ਨਹੀਂ ਕਹਿ ਰਿਹਾ, ਇਹ ਅਖਬਾਰ ਕਹਿ ਰਹੀ ਹੈ। ਸਵਾਲ ਹੈ ਸਾਡਾ, ਮੌਤਾਂ ਹੋਣ ਲੱਗੀਆਂ ਨੇ ਤਾਂ ਕੇਂਦਰ ਕਹਿੰਦਾ ਕਿ ਸੂਬੇ ਖੁਦ ਹੀ ਵੈਕਸੀਨ ਖਰੀਦਣ। ਪਰ ਸਵਾਲ ਇਹ ਹੈ ਕਿ ਰਾਹਤ ਫੰਡ ਜੋ COVID-19 ਕਰਕੇ ਜਿਹੜਾ PM ਫੰਡ, ਕੇਅਰ ਫੰਡ ਬਣਾਇਆ ਗਿਆ ਸੀ, ਉਹ ਪੈਸਾ ਕਿੱਥੇ ਹੈ? 35,000 ਗੱਲ ਚਾਹੀਦਾ, ਬੜੀ ਵੱਡੀ ਗੱਲ ਹੈ। 35,000 ਕਰੋੜ ਰੁਪਇਆ ਰੱਖਿਆ ਗਿਆ ਸੀ ਕੋਵਿਡ ਵਾਸਤੇ। ਹੁਣ ਉੱਥੇ ਇੱਕ ਰਿਸ਼ੀ ਹੈਗੀ ਆ ਛੱਤੀਸਗੜ੍ਹ ਦੀ, ਇੱਕ ਅਰਥ ਸ਼ਾਸਤਰੀ ਆ, ਉਹ ਕਹਿੰਦੀ ਆ, ਉਹ ਆਰਥਿਕ ਅੰਕੜੇ ਵਿਗਿਆਨ ਦੇ ਵਿੱਚੋਂ ਗੱਲ ਕਰਦੀ ਆ ਕਿ 35,000 ਕਰੋੜ ਰੁਪਈਆ, 150 ਰੁਪਈਏ ਦੀ ਵੈਕਸੀਨ ਲਾਉਂਦੇ ਆਪਾਂ ਇੱਕ, ਮੰਨ ਲਓ ਆਪਾਂ 150 ਦੀ ਵੈਕਸੀਨ ਲਾਤੀ ਗਈ ਆਪਾਂ, ਜਿਹਦੇ ਵਿੱਚ ਵੀ ਕਮਾਈ ਆ ਕੰਪਨੀ ਨੂੰ। ਆਪਾਂ 2 ਵੈਕਸੀਨ ਲਾਉਣੀਆਂ ਇੱਕ ਬੰਦੇ ਨੂੰ 300 ਰੁਪਏ ਦੇ ਹੋ ਗਈਆਂ। ਉਹਦੇ ਵਿੱਚ ਵੀ ਜਿਹੜੀ ਬਣਾ ਰਹੀ ਆ, ਜੋ ਪ੍ਰੋਵਾਈਡ ਕਰ ਰਹੀ ਹੈ ਕੰਪਨੀ, ਉਹਨੂੰ ਵੀ ਫਾਇਦਾ ਹੋ ਰਿਹਾ। 300 ਰੁਪਇਆ ਪਰ ਬੰਦੇ ਨੂੰ ਜੇਕਰ ਅਸੀਂ ਲਾ ਦਿੰਦੇ ਆ ਤਾਂ ਸਾਰੇ ਖਰਚੇ ਪਾ ਕੇ 100 ਕਰੋੜ ਬੰਦੇ ਨੂੰ ਵੈਕਸੀਨ ਲੱਗ ਜਾਂਦੀ ਹੈ। 100 ਕਰੋੜ ਬੰਦੇ ਨੂੰ ਸਾਰੇ ਖਰਚੇ ਪਾ ਕੇ, ਜੇ ਅਸੀਂ 300 ਰੁਪਇਆ ਵੀ ਲਾਉਣੇ ਆ, ਕਿਉਂ ਨਹੀਂ ਲੱਗ ਪਾ ਰਹੀ ਵੈਕਸੀਨ? ਇਹ ਤੈਨੂੰ 35,000 ਕਰੋੜ ਰੁਪਇਆ ਗਿਆ ਕਿੱਥੇ ਆ? ਹੁਣ ਸੂਬਿਆਂ ਨੂੰ ਤੁਸੀਂ ਕਹਿ ਦਿਓ, ਛੱਤੀਸਗੜ੍ਹ ਨੂੰ ਕਹਿ ਦਿੱਤਾ ਗਿਆ ਤੇ ਹੋਰ ਕਈ 4-5 ਸੂਬੇ ਦਾ ਨਾਂ ਲਿਆ ਉਹਨੇ, ਇਹ ਕਹਿ ਦਿੱਤਾ ਗਿਆ ਕਿ ਤੁਸੀਂ ਆਪਣਾ ਕੰਮ ਆਪ ਸੰਭਾਲੋ, ਮੌਤਾਂ ਬਹੁਤ ਹੋ ਰਹੀਆਂ ਨੇ, ਅਸੀਂ ਕੁਛ ਕਰਦੇ, ਆਪਣੀ ਵੈਕਸੀਨ ਆਪ ਖਰੀਦੋ। ਜਿਵੇਂ ਕਿ ਪੰਜਾਬ ਨੂੰ ਕਹਿ ਦਿੱਤਾ ਗਿਆ ਸੀਗਾ, ਉਹ ਕਹਿੰਦੇ ਵੀ ਤੁਸੀਂ ਆਪਣੇ ਆਪ ਹੀ ਆਖੀ ਜਾਂਦੇ ਤੁਸੀਂ ਸੋਚਿਆ ਕੋ, ਜਦੋਂ ਤਾਂ ਤੁਹਾਡੇ ਨੰਬਰ ਬਣ ਰਹੇ ਸੀਗੇ ਉਸ ਵੇਲੇ ਤਾਂ ਤੁਸੀਂ ਕਹਿੰਦੇ ਸੀ ਵੀ ਹਾਂ ਅਸੀਂ ਸੰਭਾਲ ਰਹੇ ਹਾਂ ਸਾਰਾ ਕੁਛ। ਹਾਂ, ਥਾਲੀਆਂ ਵਜਾਉਣ ਨਾਲ, ਤਾੜੀਆਂ ਵਜਾਉਣ ਨਾਲ ਤੇ ਮੋਮਬੱਤੀ ਜਗਾਉਣ ਨਾਲ ਕੋਰੋਨਾ ਖਤਮ ਹੋ ਗਿਆ, ਭੱਜ ਗਿਆ। ਥੋੜੀ ਬੱਲੇ ਬੱਲੇ ਸੀ ਮੋਦੀ ਜੀ ਦੀ ਵਾਅਦਾ ਕਰ ਰਹੇ ਸੀ। ਹੁਣ ਜਦੋਂ ਮੌਤਾਂ ਹੋ ਰਹੀਆਂ ਨੇ, ਹੁਣ ਤੁਸੀਂ ਕਹਿ ਰਹੇ ਹੋ ਕਿ ਸੂਬੇ ਸੰਭਾਲਣ ਸਾਰਾ, ਸੂਬੇ ਨੂੰ ਦਿਓ ਵੀ ਤੁਸੀਂ ਵੈਕਸੀਨ ਆਪ ਖਰੀਦੋ ਆਪਣੀ। ਇਹ ਹੈ ਭਾਜਪਾ ਸਰਕਾਰ ਦੀ ਹਕੀਕਤ। ਜਦੋਂ ਨੰਬਰ ਬਣ ਗਏ ਤਾਂ ਮੈਂ ਖੁਦ ਜਦੋਂ ਦੂਜੀ ਗੱਲ ਆ ਗਈ, ਮੌਤਾਂ ਹੋਣ ਲੱਗ ਪੈਂਦਾ, ਪਰ ਤੁਸੀਂ ਸਾਰਾ ਕੁਝ ਤੁਹਾਡੇ ਗੱਲ ਤੇ ਆਏ ਜੀ। ਲਾਈਨਾਂ ਫਲੈਸ਼ ਕਰ ਰਹੀਆਂ ਨੇ, ਵਕਤ ਬ੍ਰੇਕ ਦਾ ਵੀ ਹੋਇਆ, ਪਰੰਤੂ 2 ਲਾਈਨਸ ਲੈ ਲੈਣੇ ਆ, ਦੇਖਦੇ ਆ ਕੁਇਕਲੀ ਕੀ ਕਹਿਣਾ ਚਾਹੁੰਦੇ। ਵੈਲਕਮ ਜੀ।
ਹੈਲੋ ਰਹੀਆਂ ਨੇ ਵਕਤ ਬ੍ਰੇਕ ਦਾ ਵੀ ਹੋਇਆ ਪਰੰਤੂ 2 ਲਾਈਨਸ ਲੈ ਲੈਣੇ ਆ ਦੇਖਦੇ ਆ ਕੁਇਕਲੀ ਕੀ ਕਹਿਣਾ ਚਾਹੁੰਦੇ। ਵੈਲਕਮ ਜੀ। ਹੈਲੋ ਸਤਿ ਸ਼੍ਰੀ ਅਕਾਲ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇੱਕ ਅੱਜ ਜਿਹੜਾ ਇਹਨਾਂ ਨੇ ਕੀਤਾ ਸਾਹਿਬ ਨੇ ਮੈਂ ਕਿਹਾ ਉਹ ਪੁਲਿਸ ਦੀ ਗੱਲ ਦੱਸੀ ਆ ਕਿ ਗੁਰਦੇ ਲਫ਼ਜ਼ ਵਾਸਤੇ ਸੀਗਾ ਗੁਰਗੇ ਹਾਂਜੀ ਗੁਰਗੇ ਮਤਲਬ ਉਹ ਖਰਾਬ ਕਰਤੇ ਕਿਡਨੀ ਨੂੰ ਕਹਿੰਦੇ ਸੀ। ਨਹੀਂ ਜੀ ਪੁਲਿਸ ਨੇ ਆਪਣੇ ਗੁਰਗੇ ਹੁੰਦੇ ਆ ਉਹਨਾਂ ਦੇ ਆਪਣੇ ਪਾਲੇ ਹੋਏ ਗੁੰਡੇ ਜਿਹਨੂੰ ਕਹਿੰਦੇ ਆ ਪਾਲੇ ਹੋਏ। ਹਾਂ ਗੁਰਦੇ ਦਾ ਮਤਲਬ ਹੁੰਦਾ ਇਹ ਜਿੱਦਾਂ ਤੁਹਾਨੂੰ ਹੁਣ ਪੰਜਾਬੀ ਚ ਕਹਿ ਦਿੰਦੇ ਆ ਆਲਮ ਸੈਣਾ ਨਹੀਂ ਸੀ। ਅੱਛਾ ਜਿੱਦਾਂ ਹੁਣ ਮੈਂ ਤੇ ਹੈਰਾਨ ਹੁੰਨਾ ਆ ਕਿ ਸਾਡੇ ਹਿੰਦੂ ਭਾਈਚਾਰੇ ਦੇ ਬਹੁਤ ਸਾਰੇ ਇੱਕ ਅਖਬਾਰ ਤਾਂ ਬਹੁਤ ਫੰਡ ਇਕੱਠਾ ਕਰਦੇ ਰਿਹਾ ਸੀ। ਇਹ ਤਾਂ ਸ਼ਰੇਆਮ ਮੰਨਦਾ ਪਿਆ ਰੇਡੀਓ ਟੈਲੀਵਿਜ਼ਨ ਤੇ ਕਿ ਸਾਨੂੰ ਹੁਕਮ ਦਿੱਤਾ ਗਿਆ ਸੀਗਾ ਸਾਡੇ ਆਕਿਆਂ ਵੱਲੋਂ ਕਿ ਕੇਸਰੀ ਦਸਤਾਰਾਂ ਬੰਨੋ ਤੇ ਜਾ ਕੇ ਬੱਸਾਂ ਦੇ ਵਿੱਚੋਂ ਇੱਕ ਤਬਕੇ ਦੇ ਲੋਕਾਂ ਨੂੰ ਮਾਰੋ। ਉਹ ਕਿਹੜੇ ਤਬਕੇ ਦੇ ਲੋਕ ਸੀ ਕਿ ਉਹ ਅਸੀਂ ਤੁਸੀਂ ਜਾਣਦੇ ਇਹਨਾਂ ਨੂੰ ਕਹਿੰਦੇ ਗੁਰਗੇ। ਇਹ ਪਾਲੇ ਹੋਏ ਸਨ ਜਿਹੜੇ ਕੈਟ। ਇੱਕ ਬੰਦੇ ਨੇ ਵੀ ਚੈਲੰਜ ਨਹੀਂ ਕੀਤਾ ਗੁਰਮੀਤ ਪਿੰਕੀ ਨੂੰ ਭਾਈ ਤੂੰ ਇਹਨਾਂ ਤਾਂ ਦੱਸ ਦੇ ਕਿਹੜੀ ਬੱਸ ਚੋਂ ਕੱਢ ਕੇ ਕਿਸੇ ਪਰਿਵਾਰ ਦਾ ਮੈਂਬਰ ਹੀ ਜਾ ਕੇ ਕਹਿ ਲਵੇ ਕੋਰਟ ਦੇ ਵਿੱਚ ਵੀ ਮੈਨੂੰ ਦੱਸੇ ਵੀ ਆਹ ਜਿਹੜੀ ਬੱਸ ਦੇ ਵਿੱਚੋਂ ਬੱਸੇ ਫਲਾਣੇ ਥਾਂ ਤੇ ਫਲਾਣੇ ਦਿਨ ਨੂੰ ਕੱਢ ਕੇ ਮਾਰੇ ਸੀਗੇ। ਮੈਂ ਪੁੱਛਣਾ ਚਾਹੁੰਦਾ ਇਹਨੂੰ ਕਿ ਇਹਨਾਂ ਦੇ ਸਾਥੀਆਂ ਨੇ ਮਾਰੇ ਸਨ ਜਾਂ ਨਹੀਂ ਮਾਰੇ ਸਨ। ਕਟਹਿਰੇ ਇੱਕ ਨਹੀਂ ਬੋਲਿਆ ਕੋਈ ਵੀ। ਫੰਡ ਇਕੱਠਾ ਕੀਤਾ ਉਦੋਂ ਵੀ ਕਰੋੜਾਂ ਦੇ ਨਾਲ ਸ਼ਹੀਦਾਂ ਦੇ ਨਾਂ ਤੇ। ਸ਼ਹੀਦਾਂ ਨੂੰ ਇਨਸਾਫ ਹੀ ਦਵਾ ਦਿਓ ਤੇ ਬੰਦਾ ਬੋਲਦਾ ਪਿਆ ਆਪਣੇ ਉਹਦਾ ਇਕਬਾਲ ਕਰਦਾ ਪਿਆ ਕਿ ਅਸੀਂ ਮਾਰੇ ਆ ਬੰਦੇ। ਇਹਨੂੰ ਕਹਿੰਦੇ ਜੇ ਗੁਰਗੇ। ਇਹ ਸੀ ਆਲਮ ਸੈਨਾ ਦਾ ਕੀ ਹਾਲ ਸੀ ਤੁਸੀਂ ਜਾਣਦੇ ਹੀ ਹੋ। ਖੈਰ ਐਨੀਵੇ ਸਾਡੇ ਕੋਲ ਸਾਰਾ ਕੋਈ ਨਾ ਬੁਲਾਇਆ ਕਰੋ। ਇਤਿਹਾਸ ਦੇ ਵਿੱਚ ਇਹ ਵਾਪਰ ਚੁੱਕਾ ਅਖਬਾਰਾਂ ਦੇ ਵਿੱਚ ਕਟਿੰਗਾਂ ਕੁਟਿੰਗਾਂ ਲੱਭ ਕੇ ਤੁਹਾਨੂੰ ਦੇ ਦਾਂਗੇ। ਬਹੁਤੀ ਗੱਲ ਪੜ੍ਹ ਲਓ। ਹਾਂਜੀ ਜੀ ਵੈਲਕਮ ਜੀ। ਹਾਂਜੀ ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਆਫੀਸਰ ਨਾਲ ਗੱਲ ਕਰਦਾ ਤੁਹਾਡੇ ਨਾਲ ਜੀ। ਹੋਲਡ ਰੱਖਿਓ ਜੀ। ਲਓ ਅਸੀਂ ਹੁਣ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ। ਗੀਤਾ ਸਾਹਿਬ ਤੁਹਾਡਾ ਧੰਨਵਾਦ। ਧੰਨਵਾਦ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।